पंकज समरो अंगद निकंदन गुर अमरदास हृदय नित त्याग हृदय नित त्याग श्री गुरु रामदास गुण गावो गुरु अर्जन बेघनन के बेघनन के आसकार गोविंद शुभ मत श्री हर राय नमो कर जोरी नमो कर जोरी श्री हर कृष्ण मनाओरी तेग बहादुर परम कृपाल सतगुर परम कृपाला श्री गुरु गोबिंद सिंह बिसाला तरा पर पुन पुन सीसा जी पुन पुन सीसा बंदो बार बार जगदीसा एकंकार सतगुरु तेह प्रसाद सच होए वाहेगुरु जी की फतेह है बेगन विनाशन सोए वाहेगुरु जी की फतेह है बेगन विनाशन सोए चौपाई इत्यादिक प्रभ बहु समझाई पारे बिलोचन अश्रु गिराई श्री गुर संग सिख सुनियारा रयो पुत्र जाचित बहु बारा वाहेगुरु जी का खालसा वाहेगुरु जी की फतेह। 10 पातशाहियां दी आत्मक जागती जोत श्री गुरु ग्रंथ साहिब जी महाराज जी दी पावन पवित्र हजूरी च नौवें गुरुदेव श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान गुरुद्वारा श्री दुख निवारण साहिब जी दे पावन स्थान ते नतमस्तक हो रही महीनावारी पंचमी दे जोड़ मेले मना रही गुरु की साजी और नवाजी हुई गुरु खालसा साध संगत जीओ अमृत वेले तो ही संगतां दूरों दरेडों हाजरियां भर के पंचमी दे सजे होए ना विशेष गुरमत समागमां विच हाजरियां भर के ढाडी सिंघां पासों रागी सिंघां पासों कवीशर सिंघां पासों प्रचारक सिंघां पासों सतगुरां दी पावन अमृतमयी बाणी दी विचार कीर्तन व्याख्यान इतिहास आप जी सरवण कर रहे
ਅੱਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਦਿਹਾੜਾ ਹੈ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਔਰ ਆਪ ਸਤਿਗੁਰੂ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਸੰਗਤ ਵਿੱਚ ਸਤਿਗੁਰਾਂ ਦੇ ਸੱਚਖੰਡ ਜਾਣ ਦਾ ਭਾਰੀ ਵੈਰਾਗ ਹੈ। ਗੁਰਸਿੱਖ ਬਿਰਹਾ ਤੁਰਹਨ। ਗੁਰਦੇਵ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਪਾਵਨ ਸਥਾਨ ਤੇ ਜਗ੍ਹਾ ਬਣਵਾ ਲਈ ਕਿ ਇੱਥੇ ਅਸੀਂ ਸਰੀਰ ਤਿਆਗਣਾ ਹੈ। ਦਰਵਾਜ਼ਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਸਵੇਰੇ ਖੋਲਣਗੇ। ਸਾਰੀ ਸੰਗਤ ਦੇ ਵੇਖਦਿਆਂ ਸਰੀਰ ਤਿਆਗਣ ਲਈ ਮਹਾਰਾਜ ਜੀ ਜਿਸ ਵਕਤ ਉਸ ਬਣੇ ਹੋਏ ਤਣੀਆਂ ਹੋਈਆਂ ਕਨਾਤਾਂ ਦੇ ਵਿੱਚ ਨੂੰ ਜਾ ਰਹੇ ਨੇ, ਛੋਟਾ ਜਿਹਾ ਕੋਈ ਕਮਰਾ ਬਣਵਾਇਆ ਸੀ ਤਾਂ ਸੰਗਤ ਨੂੰ ਵਿਰਾਗ ਵਿੱਚ ਵੇਖ ਕੇ ਸਤਿਗੁਰਾਂ ਨੇ ਸੰਗਤ ਨੂੰ ਉਪਦੇਸ਼ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਉਚਾਰਨ ਕੀਤੇ, ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਅੰਮ੍ਰਿਤ ਬੋਲ ਕਿ ਚਾਨਣੇ ਵਿੱਚੋਂ ਸਭ ਤੋਂ ਸ੍ਰੇਸ਼ਟ ਚਾਨਣਾ ਹਰੀ ਪਰਮੇਸ਼ਰ ਦੇ ਨਾਮ ਦਾ ਚਾਨਣਾ ਹੈ, ਜੋ ਗੁਰਸਿੱਖ ਨੇ ਆਪਣੇ ਹਿਰਦੇ 'ਚ ਕਰਨਾ ਹੈ। ਮਾਂਗਨਾ ਮਾਂਗਨ ਨੀਕਾ ਹਰ ਜਸ ਗੁਰ ਤੇ ਮਾਂਗਨਾ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ। ਇਹ ਪਾਵਨ ਉਪਦੇਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸਾਰੀ ਸੰਗਤ ਨੂੰ ਜੋਤੀ ਜੋਤ ਸਮਾਵਣ ਤੋਂ ਪਹਿਲਾਂ ਦਿੱਤਾ। ਸੰਗਤ ਦੇ ਵੇਖਦਿਆਂ ਮਹਾਰਾਜ ਉਸ ਕਮਰੇ ਵਿੱਚ ਜਾ ਕੇ ਗੁਪਤ ਹੋ ਗਏ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਆਪਣਾ ਸਰੀਰ ਤਿਆਗਿਆ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਿਆ। ਮਹਾਰਾਜ ਛੇਵੇਂ ਪਾਤਸ਼ਾਹ ਦਾ ਚੌਂਕੜਾ ਲੱਗਾ ਹੋਇਆ ਤੇ ਪਿੱਛੇ ਕੰਧ ਨਾਲ ਢਾਸਣਾ ਲਾਇਆ ਹੋਇਆ। ਇਸੇ ਪਦਮ ਆਸਣ ਵਿੱਚ ਗੁਰਦੇਵ ਨੇ ਆਪਣਾ ਸਰੀਰ ਤਿਆਗਿਆ। ਸਾਹਿਬ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਰਨ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ। ਪਤਾਲਪੁਰੀ ਸਾਹਿਬ ਵਿਖੇ ਹੀ ਅੰਗੀਠਾ ਸਜਾਇਆ। ਰਾਜਪੂਤਾਨੇ ਦਾ ਇੱਕ ਰਾਜਾ ਜੋ ਛੇਵੇਂ ਪਾਤਸ਼ਾਹ ਦਾ ਬਹੁਤ ਜ਼ਿਆਦਾ ਪ੍ਰੇਮੀ ਸੀ, ਕਿੰਨਾ ਪ੍ਰੇਮ ਹੋਵੇਗਾ ਉਹਦੇ ਹਿਰਦੇ ਵਿੱਚ ਸਤਿਗੁਰਾਂ ਪ੍ਰਤੀ ਕਿ ਜਿਸ ਵਕਤ ਮਹਾਰਾਜ ਜੀ ਦਾ ਅੰਗੀਠਾ ਪ੍ਰਚੰਡ ਹੋਇਆ ਤਾਂ ਸਤਿਗੁਰਾਂ ਦੇ ਅੰਗੀਠੇ ਦੇ ਚਰਨਾਂ ਵਾਲੇ ਪਾਸੇ ਉਸ ਰਾਜੇ ਨੇ ਆਪਣਾ ਸੀਸ ਰੱਖ ਕੇ ਜਿਉਂਦਿਆਂ ਜੀ ਮਹਾਰਾਜ ਜੀ ਦੇ ਅੰਗੀਠੇ ਵਿੱਚ ਹੀ ਆਪਣੇ ਆਪ ਨੂੰ ਜਲਾ ਕੇ ਭਸਮ ਕਰ ਦਿੱਤਾ। ਜਦੋਂ ਰਾਜਾ ਸਤਿਗੁਰਾਂ ਦੇ ਅੰਗੀਠੇ ਵਿੱਚ ਅਗਨ ਭੇਟ ਹੋ ਗਿਆ, ਕਹਿੰਦਾ ਮਹਾਰਾਜ ਤੁਹਾਡੇ ਬਿਨਾਂ ਮੈਂ ਜੀ ਕੇ ਕੀ ਲੈਣਾ ਹੈ। ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਸ ਰਾਜੇ ਦਾ ਇੱਕ ਅੱਗੇ ਨੌਕਰ ਸੀ, ਉਹ ਵੀ ਗੁਰੂ ਸਾਹਿਬ ਦਾ ਪ੍ਰੇਮੀ। ਉਹਨੇ ਵੀ ਆਪਣੇ ਮਾਲਕ ਵਾਂਗੂ ਸਤਿਗੁਰਾਂ ਦੇ ਬਲਦੇ ਅੰਗੀਠੇ ਵਿੱਚ ਆਪਣੇ ਆਪ ਨੂੰ ਰੱਖ ਕੇ ਆਪਣਾ ਸਰੀਰ ਉਸ ਅਗਨ ਦੇ ਵਿੱਚ ਅਗਨ ਭੇਟ ਕਰ ਦਿੱਤਾ। ਹੋਰ ਬਹੁਤ ਸਾਰੇ ਗੁਰਸਿੱਖ ਤਿਆਰ ਹੋਏ ਕਿ ਸਤਿਗੁਰਾਂ ਦੇ ਅੰਗੀਠੇ ਵਿੱਚ ਹੀ ਆਪਣੇ ਆਪ ਨੂੰ ਜਲਾ ਦਈਏ, ਪਰ ਮਹਾਰਾਜ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਹੁਕਮ ਕੀਤਾ, ਭਾਈ ਐਸਾ ਨਹੀਂ ਕਰਨਾ।
छेवें पातशाह जी महाराज सदा ही हाजिर हैं, वो किते नहीं गए। वो व्यापक रूप हो के सारिਆਂ ਵਿੱਚ ही व्यापक ने। ਤਾਂ ਜਾ ਕੇ ਸਿੱਖਾਂ ਨੇ ਆਪਣੇ ਮਨ ਦੇ ਪ੍ਰੇਮ ਨੂੰ ਥੰਮਿਆ। ਦਮਦਮੇ ਟਕਸਾਲ ਦੇ ਮੁਖੀ संत ਗਿਆਨੀ गुरबचन सिंह जी खालसा पिंडरां वाले महापुरुष, उन्हां दा एक बड़ा ही प्यारा सेवक सी, उड़ीसा दा रहण वाला, जो महापुरुषां दा गड़वई सी, उन्हां दी संगत च रहना। कहंदे जदों संत ਗਿਆਨੀ गुरबचन सिंह जी दा अंतिम संस्कार किया जा रहा सी, तां उस सिख ने भी संतां दे अंगीठे विच चरना वाले पासे अपना सीस रख के अपने शरीर को अगन भेंट कर दिता सी। सो ऐसे ऐसे भी गुरमुख गुरसिख, उन्हों का नाम भी गुरमुख सिंह सी। तो महाराज छेवें पातशाह गुरु हरगोबिंद साहब जी के समय गरीबनवाज पातशाह जी ने अनेकों जीवां की कल्याण की, अनेकों जीवां का पार उतारा किया। और श्री कीरतपुर साहब भाई साहब भाई संतोख सिंह जी कहते, जदों महाराज करतारपुर साहब का जंग लड़के कीरतपुर साहब आए ने, तकरीबन एक दहाके तो वध समा सतगुरु जी कीरतपुर साहब रहे ने छेवें पातशाह। इत्थे आके सतगुरां ने अपने शस्त्र भी त्याग दिते सन। पैंदे खां नूं मारन तो बाद महाराज जी का हिरदा इतना द्रवीभूत हो गया सी, कहंदे हुण शस्त्र नहीं चुकना। और इतना कोमल हिरदा हो गया कि जे गुरु हरराय साहब दे चोले नाल फुल अटक के टुटा ते महाराज जी कहंदे किहने तोड़िया ये भाई फुल। कितना कोमल हिरदा महाराज छेवें पातशाह गुरु हरगोबिंद साहब दा। ऐसे मेरी पीरी दे मालक सतगुरु बंदी छोड़ सतगुरु भाई साहब भाई गुरदास जी लिखते हैं, पंज प्याले पंज पीर, छठम पीर बैठा गुर भारी, अर्जन काया पलट कै मूरत हरगोबिंद सवारी। ये हरि दी मूरत ने गुरु हरगोबिंद साहब। साईं मियां मीर नूं कहंदा, साईं जी तुसीं गुरु हरगोबिंद साहब दे चरनां ते मत्था टेक के काफरां वाला कीता लाहौर विखे। ते साईं मियां मीर ने आख्या, शाहजहान मेरे वर्गे जितने पीर ने, जदों असीं रब दी दरगाह विच जांदे हां ते उत्थे लैणां विच असीं खलोते रहिने। असी बाहरों खलो के पुकार करते हैं दरगाह विच कि साडी ये कामना पूरी कर दिओ। साडी आवाज सुन के वो दरवाजा खुलदा ते जेड़े महापुरुष उस दरवाजे नूं खोल के बाहर आके साडी पुकार सुनते ने, बादशाह गुरु हरगोबिंद साहब छेवें पातशाह हुंदे है। सानू नहीं पता कि अंदर कोई खुदा होर है जां गुरु हरगोबिंद साहब आप ही खुद खुदा हैं। पर साडे भाणे तां यही खुदा ने, क्योंकि साडी पुकार साडी फरियाद तां यही सुनदे ने। साईं मियां मीर महाराज छेवें पातशाह गुरु हरगोबिंद साहब दे बाबत इदां कहंदे। भाई गुरदास जी लिखते हैं, पंज प्याले पंज पीर, छठम पीर बैठा गुर भारी, अर्जन काया पलट का मूरत हरगोबिंद सवारी। चली पीड़ी सोडियां रूप दिखावन वारो वारी, दल पंजन गुर सूरमा, वड जोधा बहु पर उपकारी। योधा भी होवे ते परोपकारी भी होवे, दोवें गल्लां वैसे हुंदियां नहीं किसी योधे च। पर छेवें पातशाह वड्डे योधे भी ने और महान परोपकारी भी हैं।
ऐसे बंदी छोड़ सतगुरु मेरी पीरी दे मालक सतगुरु श्री गुरु हरगोबिंद साहब जी महाराज जी दे ज्योति जोत दिवस ते साहब दे पावन चरना विच कोटि कोटि प्रणाम है, नमस्कार है। लड़ीवार कथा गुरु कलगीधर जी दे पावन इतिहास दी आप जी सरवण कर रहे हो। गरीब नवाज साहब सच्चे पातशाह ने दिल्ली विखे चरण पाए हैं। गुरुद्वारा मोती बाग साहिब दमदमा साहिब महाराज जी दे चरण हैं। चाले की तैयारी की दिल्ली की संगत ने बेनती की सतगुरु अपने सदेश दर्शनां दा महात्म देण वाले साडी अगवाई करन वाले किसी नूं आप जी इत्थे छड्ड के जाओ। माता सुंदरी माता साहब देवा जी नूं सतगुरां हुक्म कीता तुसीं रहो। माता सुंदरी जी ने सतगुरां दे परम बैराग विच बिरहातुर हो के बेनतियां कीतियां, महाराज तुहाडे विछोड़े विच मैं किवें इत्थे रहांगी। अपने लाल बाबा अजीत सिंह जी नूं चेते कीता। कलगीधर पातशाह ने माता सुंदरी जी नूं उपदेश दिता कि सुंदरी जी ये जगत धुएं दा पहाड़ है। जिवें जगत दा धुएं दा पहाड़ सच नहीं हुंदा तैसे संसार सच नहीं है। वेखण विच भास रहा पर है नहीं। साडी संगत दा तुहानू ये फल होना चाहिए कि तुहाडे हिरदे विच आम सधारण व्यक्तियों वाला वैराग ना होवे। माता सुंदरी जी ने गुरुदेव दे बचन सुने पर फिर भी नेत्रां दे विचों नीर वहिंदा है। अपनी जिंद तो प्यारे अपनी जिगर दे टोटे अपने लाल साहब बाबा अजीत सिंह जी नूं माता सुंदरी जी बार बार चेते करदे ने। उन्हां दी मूरत उन्हां दा सोहना स्वरूप माता सुंदरी जी दी अखां दे सावे आउंदा और नेत्र बदो बदी भर आउंदे हन। ये माता जी दी ममता है। इनू वात छलिया रस कहते ने। कविता दा रस हुंदा वात छलिया। 9 रसां वाली कविता हुंदी है। जिहड़ी कविता च 9 रसां दा वर्णन ना होवे वो कविता अधूरी हुंदी है। महाकवि जी ने ये जो कथा काव्य दे विच लिखी है इहदे च 9 दे 9 रस वर्णन कीते ने। शंगार रस जिथे आउंदा उत्थे शंगार रस दा वर्णन करदे है। जिथे बीर रस की गल आउंदी उत्थे कवि जी की कलम खिड़दी है। जिथे बीबतस रस का वर्णन हुंदा उत्थे बीबतस रस वर्णन करते ने। जिथे भयानक रस की गल आउंदी उत्थे भयानक रस, जिथे हास रस की गल आउंदी उत्थे हास रस का भी वर्णन करते हैं। जिथे करुणा रस की गल आउंदी उत्थे करुणा रस का वर्णन करते हैं। इदा 9 रसां दे सहित महाकवि भाई संतोख सिंह जी ने कविता लिखी है। आओ कलगीधर पातशाह जी महाराज माता सुंदरी जी नूं दिल्ली विखे रहण लई हुक्म कर रहे ने। माता जी नूं उपदेश दे रहे ने। मन बिरतियां एकागर करके पंथ वाली गुरु कलगीधर जी दे पावन इतिहास की कथा सरवण करिए। गुरु चरना च हाजरी लवाओ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई इत्यादक प्रभु बहु समझाई। इत्यादक सतगुरां ने माता सुंदरी जी नूं बचन कह के समझाया, हौसला दिता, धीरज दिता। मारे बिलोचन अश्रु गिराई। फिर भी माता जी दे नेत्र सजल हन और वैराग दे विच, क्योंकि कलगीधर तो माता जी विछड़ना नहीं चाहते तो इस करके उस वैराग करके माता जी दे नेत्र बार बार भरदे ने, सजल हुंदे ने। श्री गुर संग सिख सुनियारा। साध संगत जी कलगीधर जी पातशाह दे नाल एक सुनियारा सिख रहिंदा सी। सुनियारे दी किरत करदा सी। महाराज जी दे चरनां च रहिंदा सतगुरां दा सेवक है। रयो पुत्र जाचत बहु बारा। कई बार कलगीधर जी नूं बेनती करदा सी, महाराज मैनू पुत्र दी दात बख्शो।
ਅਕਸਰ ਮਹਾਰਾਜ ਜੀ ਦੇ ਪਾਸੋਂ ਪੁੱਤਰ ਦੀ ਦਾਤ ਮੰਗਦਾ ਸੀ। ਕੀਤਕ ਸਮੇਂ ਬਿਤਾਵਤ ਭਇਓ, ਏਦਾਂ ਕੁਝ ਸਮਾਂ ਬਤੀਤ ਹੋ ਗਿਆ। ਇੱਕ ਦਿਨ ਸੰਗ ਪ੍ਰਭੂ ਕੇ ਗਇਓ, ਇੱਕ ਦਿਨ ਇਹ ਸਿੱਖ ਸਤਿਗੁਰੂ ਕਲਗੀਧਰ ਜੀ ਦੇ ਨਾਲ ਜਾ ਰਿਹਾ ਸੀ। ਤ੍ਰਿਆ ਵੈਰ ਇੱਕ ਬਾਰਕ ਗੇਰਾ, ਕਿ ਕਿਸੇ ਇਸਤਰੀ ਦੇ ਘਰ ਬੱਚੇ ਨੇ ਜਨਮ ਲਿਆ ਤੇ ਉਹ ਬੱਚਾ ਬਾਹਰ ਹੀ ਕਿਤੇ ਸੜਕ ਤੇ ਕਿਸੇ ਇਹੋ ਜਿਹੀ ਜਗ੍ਹਾ ਦੇ ਉੱਤੇ ਛੱਡ ਕੇ ਚਲੀ ਗਈ। ਬੱਚੇ ਦਾ ਜਨਮ ਹੋਇਆ ਤੇ ਬਾਹਰ ਛੱਡ ਕੇ ਤਿਆਗ ਕੇ ਉਹਦੀ ਮਾਂ ਜਿਹੜੀ ਉਹ ਚਲੀ ਗਈ। ਗਮਨਤ ਪੰਥ ਗੁਰੂ ਤਬ ਹੀਰਾ, ਸਤਿਗੁਰੂ ਜੀ ਉੱਥੋਂ ਹੀ ਲੰਘੇ ਜਾ ਰਹੇ ਸਨ ਤੇ ਉਸ ਬੱਚੇ ਤੇ ਕਲਗੀਧਰ ਜੀ ਦੀ ਨਿਗਾਹ ਪਈ। ਸੁਨਿਆਰੇ ਸਿੱਖ ਸਨਪੁਰ ਮਾਇਓ, ਉਹ ਜਿਹੜਾ ਸੁਨਿਆਰਾ ਸਿੱਖ ਸੀ ਮਹਾਰਾਜ ਜੀ ਕੋਲੋਂ ਪੁੱਤਰ ਦੀ ਮੰਗ ਕਰਦਾ ਸੀ, ਉਹਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਜਾਜਤ ਪੁੱਤਰ ਅਚਾਨਕ ਪਾਇਓ। ਮਹਾਰਾਜ ਜੀ ਕਹਿੰਦੇ, ਲੈ ਬਈ ਸਿੱਖਾ, ਤੂੰ ਰੋਜ਼ ਸਾਡੇ ਕੋਲੋਂ ਪੁੱਤਰ ਦੀ ਮੰਗ ਮੰਗਦਾ ਸੀ, ਆ ਵੇਖ ਵਾਹਿਗੁਰੂ ਨੇ ਤੈਨੂੰ ਪੁੱਤਰ ਦੀ ਦਾਤ ਦੇ ਦਿੱਤੀ ਹੈ। ਤੂੰ ਸਾਡੇ ਕੋਲੋਂ ਪੁੱਤਰ ਮੰਗਦਾ ਸੀ, ਰੋਜ਼ ਬੇਨਤੀਆਂ ਕਰਦਾ ਸੀ, ਆ ਵੇਖ ਵਾਹਿਗੁਰੂ ਨੇ ਪਰਮੇਸ਼ਰ ਨੇ ਤੈਨੂੰ ਪੁੱਤਰ ਦੀ ਦਾਤ ਦੇ ਦਿੱਤੀ ਹੈ। ਪ੍ਰਤ ਪਾਰੋ ਕਰ ਪਿਆਰ ਦੁਲਾਰਾ, ਇਹਦੀ ਪ੍ਰਤਪਾਲਣਾ ਕਰੋ, ਇਹਦਾ ਦੁਲਾਰ ਕਰੋ, ਇਹਦੀ ਪਰਵਰਿਸ਼ ਕਰੋ। ਤੋਰ ਕਾਮਨਾ ਪੁਰਵ ਉਧਾਰਾ, ਲੈ ਸਿੱਖਾ, ਤੇਰੀ ਕਾਮਨਾ ਪੂਰੀ ਹੋ ਗਈ ਆ। ਤੈਨੂੰ ਪਰਮੇਸ਼ਰ ਨੇ ਪੈਦਾ ਹੋਇਆ ਪਲਿਆ ਪਲਾਇਆ ਹੀ ਇੱਕ ਪ੍ਰਕਾਰ ਦੇ ਨਾਲ ਬਾਲਕ ਜਿਹੜਾ ਉਹ ਪਰਮੇਸ਼ਰ ਨੇ ਦੇ ਦਿੱਤਾ ਹੈ। ਸੁਣ ਕੈ ਸਿੱਖ ਕਰ ਜੋਰਤ ਕਹਿਓ, ਸੁਣ ਕੇ ਉਹ ਸੁਨਿਆਰੇ ਸਿੱਖ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕੀਤੀ। ਪਾਰਨ ਕਾਰਨ ਮੈਨੇ ਲਿਓ, ਕਹਿਣ ਲੱਗਾ, ਮਹਾਰਾਜ ਮੈਂ ਕੱਲਾ ਪਾਲਣ ਵਾਸਤੇ ਥੋੜੀ ਪੁੱਤ ਮੰਗਿਆ ਸੀ, ਪਾਲਣ ਵਾਸਤੇ ਮਹਾਰਾਜ ਜੀ ਮੈਂ ਪੁੱਤ ਨਹੀਂ ਸੀ ਮੰਗਿਆ। ਤ੍ਰਿਆ ਸਤਨ ਸੋ ਦੁਗਧ ਦੇ, ਤੇ ਮਹਾਰਾਜ ਜੇ ਤੁਹਾਡਾ ਹੁਕਮ ਹੋ ਗਿਆ ਵੀ ਮੈਂ ਇਹਨੂੰ ਪਾਲ ਲਵਾਂ ਤੇ ਬੱਚਾ ਤਾਂ ਪੜੇਗਾ ਨਾ, ਹਾਲੇ ਕੁਝ ਦਿਨਾਂ ਦਾ, ਕੁਝ ਘੰਟਿਆਂ ਦਾ ਹੀ ਬੱਚਾ ਹੈ, ਕੁਝ ਪਹਿਲਾਂ ਸਮਾਂ ਇਹਦਾ ਜਨਮ ਹੋਇਆ ਹੈ। ਇਹ ਮਾਂ ਦੇ ਦੁੱਧ ਬਿਨਾਂ ਕਿਵੇਂ ਜਿਉਂਦਾ ਰਹੇਗਾ? ਮਹਾਰਾਜ ਪਾਲਣ ਵਾਸਤੇ ਵੀ ਤਾਂ ਮੇਰੀ ਘਰ ਦੀ ਦੇ ਅਸਥਣਾ ਦੇ ਵਿੱਚ ਦੁੱਧ ਹੋਵੇਗਾ ਤੇ ਤਦੇ ਇਹਨੂੰ ਪਾਲੇਗੀ। ਤੋ ਇਹ ਬਚੇ ਅੰਨ ਅਚਲੇ, ਤਾਂ ਇਹ ਬਚੇਗਾ, ਤਾਂ ਇਹਦੀ ਪਰਵਰਿਸ਼ ਹੋਵੇਗੀ, ਨਹੀਂ ਤਾਂ ਮਹਾਰਾਜ ਇਹਦਾ ਬਚਣਾ ਔਖਾ ਹੈ। ਜਾਂ ਕੋ ਯਤਨ ਕਰੋ ਪੁਰਮਾਵਨ, ਮਹਾਰਾਜ ਇਹਦਾ ਹੁਣ ਕੀ ਯਤਨ ਕਰਾਂ, ਉਹ ਆਪ ਜੀ ਹੁਕਮ ਕਰੋ। ਕਿ ਕਿਉਂਕਿ ਅੰਨ ਇਹ ਬੱਚਾ ਖਾ ਨਹੀਂ ਸਕਦਾ, ਇਹਨੇ ਤਾਂ ਮਾਂ ਦਾ ਦੁੱਧ ਹੀ ਪੀਣਾ ਹੈ। ਇਹਦੀ ਮਾਂ ਦਾ ਪਤਾ ਨਹੀਂ ਕੌਣ ਹੈ, ਮੇਰੀ ਇਸਤਰੀ ਦੇ ਅਸਥਣਾ ਵਿੱਚੋਂ ਦੁੱਧ ਕਿਵੇਂ ਆਵੇਗਾ? ਸੁਨ ਬਿਨਤੀ ਬੋਲੇ ਜਸ ਪਾਵਨ, ਪਵਿੱਤਰ ਪਾਵਨ ਜਸ ਦੇ ਮਾਲਕ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸੁਆਮੀ ਜੀ ਬੋਲੇ ਇਸ ਸਿੱਖ ਨੂੰ, ਕਹਿਣ ਲੱਗੇ, ਜਲ ਕੋ ਵਾਹੇ ਗੁਰੂ ਕੈ ਲੀਜੈ। ਮਹਾਰਾਜ ਜੀ ਕਹਿੰਦੇ ਆ, ਸਿੱਖਾ ਜਲ ਲੈ ਲਿਓ, ਜਲ ਲੈ ਕੇ ਵਾਹਿਗੁਰੂ ਕਹਿਣਾ ਹੈ। ਨਿਜ ਤ੍ਰਿਯ ਸਥਨ ਪਖਾਰਨ ਕੀਜੈ, ਔਰ ਵਾਹਿਗੁਰੂ ਕਹਿ ਕੇ ਇਸਤਰੀ ਆਪਣੀ ਦੇ ਅਸਥਣਾ ਨੂੰ ਉਸ ਜਲ ਨਾਲ ਧੋਣਾ ਹੈ। ਵਾਰਕ ਜਬ ਉਚੰਗ ਮੈਂ ਪਾਏ, ਔਰ ਜਦੋਂ ਇਸ ਬੱਚੇ ਨੂੰ ਤੇਰੀ ਇਸਤਰੀ ਆਪਣੀ ਗੋਦੀ ਵਿੱਚ ਲਵੇਗੀ, ਗੋਦ ਵਿੱਚ ਪਾਵੇਗੀ, ਦੁਗਧ ਕੁੰਚਨ ਮੈਂ ਤਬ ਹੋਏ ਜਾਏ, ਉਸੇ ਵੇਲੇ ਉਹਦੇ ਅਸਥਣਾ ਵਿੱਚ ਦੁੱਧ ਆ ਜਾਵੇਗਾ। ਪਰਮੇਸ਼ਰ ਦੀ ਕਰੁਣਾ ਵਰਤੇਗੀ। ਹਾਲਾਂਕਿ ਉਸ ਇਸਤਰੀ ਦੇ ਘਰ ਕਦੇ ਪਹਿਲਾਂ ਸੰਤਾਨ ਨਹੀਂ ਸੀ ਹੋਈ, ਇਸ ਕਰਕੇ ਸਮੱਸਿਆ ਸੀ, ਦੁੱਧ ਕਿਵੇਂ ਆਵੇਗਾ ਅਸਥਣਾ ਵਿੱਚ? ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਵਾਹਿਗੁਰੂ ਕਹਿਣਾ। ਵਾਹਿਗੁਰੂ ਕਹਿ ਕੇ ਅਸਥਣਾ ਨੂੰ ਧੋ ਕੇ ਜਦੋਂ ਇਸ ਬਾਲਕ ਨੂੰ ਤੇਰੀ ਇਸਤਰੀ ਆਪਣੀ ਗੋਦੀ ਵਿੱਚ ਲਵੇਗੀ ਤਾਂ ਉਹਦੇ ਅਸਥਣਾ ਦੇ ਵਿੱਚ ਪਰਮੇਸ਼ਰ ਦੀ ਕਰੁਣਾ ਨਾਲ ਦੁੱਧ ਆ ਜਾਵੇਗਾ। ਕਿਉਂਕਿ ਵਾਹਿਗੁਰੂ ਪਰਮੇਸ਼ਰ ਸਮਸਤ ਜੀਵਾਂ ਦੀ ਪਾਲਣ ਕਰਨ ਵਾਲਾ ਪਾਲਣਹਾਰ ਹੈ, ਉਹ ਸਾਰਿਆਂ ਨੂੰ ਪਾਲਦਾ ਹੈ। ਇਸ ਕਰਕੇ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਹਾਂਜੀ, ਤਿਸਤੇ ਪਾਰਨ ਸਿਸ ਬੈ ਪਾਵੈ, ਔਰ ਉਹਦੇ ਦੁੱਧ ਦੇ ਨਾਲ ਹੀ ਇਹਦੀ ਪਰਵਰਿਸ਼ ਹੋਵੇਗੀ, ਇਹਦੀ ਪਾਲਣਾ ਹੋਵੇਗੀ, ਇਹਦੀ ਉਮਰ ਵੱਡੀ ਹੋਵੇਗੀ। ਬਿਨ ਸੰਸੇ ਏਉ ਬੜ ਹੋਏ ਜਾਵੇ, ਬਿਨਾਂ
ਸੰਸੇ ਤੋਂ ਇਹ ਵੱਡਾ ਹੋ ਜਾਵੇਗਾ, ਇਹਦੀ ਪਰਵਰਿਸ਼ ਹੋ ਜਾਵੇਗੀ। ਮਾਨ ਬਾਕ ਸਤਿਗੁਰ ਕੋ ਤਾਏ। ਤਾਂ ਉਸ ਗੁਰਸਿੱਖ ਨੇ ਸਤਿਗੁਰੂ ਕਲਗੀਧਰ ਜੀ ਦੇ ਬਚਨ 7 ਬਚਨ ਕਹਿ ਕੇ ਮੰਨੇ। ਲਿਓ ਉਠਾਏ ਹਾਥ ਜੁਗ ਮਾਏ। ਉਹ ਬਾਲਕ ਉਹ ਬੱਚਾ ਇਹਨੇ ਆਪਣੇ ਦੋਹਾਂ ਹੱਥਾਂ ਦੇ ਵਿੱਚ ਚੁੱਕ ਲਿਆ। ਜਲ ਤੇ ਭਲੇ ਕਰਾਏ ਇਸ਼ਨਾਨ। ਉਹ ਮੈਲਾ ਹੋ ਰਿਹਾ ਸੀ, ਬਾਹਰ ਪਿਆ ਸੀ ਮਿੱਟੀ ਵਿੱਚ ਘੱਟੇ 'ਚ। ਜਲ ਦੇ ਨਾਲ ਉਸ ਬੱਚੇ ਦਾ ਇਸ਼ਨਾਨ ਪਾਨ ਕਰਵਾਇਆ। ਨਿਜ ਦਾਰਾ ਕੋ ਦੀਨ ਸਿਆਨ। ਔਰ ਆ ਕੇ ਆਪਣੀ ਘਰਵਾਲੀ ਦੀ ਗੋਦ ਵਿੱਚ ਉਹ ਬੱਚਾ ਪਾ ਦਿੱਤਾ ਇਸ ਸਿੱਖ ਨੇ। ਗੁਰ ਕੋ ਵਾਕ ਸੁਨਾਵਨ ਕੀਓ। ਔਰ ਸਤਿਗੁਰੂ ਜੀ ਦੇ ਕਹੇ ਜਿਹੜੇ ਬਚਨ ਨੇ ਉਹ ਆਪਣੀ ਘਰਵਾਲੀ ਨੂੰ, ਆਪਣੀ ਸਿੱਖਣੀ ਨੂੰ ਸੁਣਾਏ। ਸਿੱਖਣੀ ਹਰਖ ਧਾਰ ਉਰ ਲੀਓ। ਉਸ ਇਹਦੀ ਸਿੱਖ ਦੀ ਜਿਹੜੀ ਘਰਵਾਲੀ ਸੀ ਉਹਨੇ ਬੜੀ ਖੁਸ਼ੀ ਨਾਲ ਕਿ ਕਲਗੀਧਰ ਜੀ ਦਾ ਬਚਨ ਹੈ, ਮਹਾਰਾਜ ਜੀ ਦਾ ਹੁਕਮ ਹੈ, ਉਸ ਹੁਕਮ ਦੀ ਪਾਲਣਾ ਕਰਦਿਆਂ ਬੜੀ ਖੁਸ਼ੀ ਉਸ ਬੱਚੇ ਨੂੰ ਆਪਣੀ ਛਾਤੀ ਨਾਲ ਲਾਇਆ। ਸੋ ਬਿਦ ਕਰੇ ਸਥਨ ਪੈ ਆਵਾ। ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਉਹ ਵਿਧੀ ਉਹ ਤਰੀਕਾ ਇਹਨਾਂ ਨੇ ਕੀਤਾ। ਸਤਿਗੁਰਾਂ ਦੀ ਖੇਡ ਵਰਤੀ। ਕਹਿੰਦੇ ਵਾਕਈ ਉਸ ਇਸਤਰੀ ਦੇ ਅਸਥਣਾ ਦੇ ਵਿੱਚ ਦੁੱਧ ਆ ਗਿਆ। ਸਹਿਤ ਸਨੇ ਸੋ ਨੰਦਨ ਪਿਆਵਾ। ਬੜੇ ਸਨੇਹ ਨਾਲ ਉਸ ਇਸਤਰੀ ਨੇ ਇਸ ਬੱਚੇ ਨੂੰ ਆਪਣੇ ਅਸਥਣਾ ਤੋਂ ਦੁੱਧ ਪਿਲਾਇਆ। ਜੀਅਤ ਰਿਓ ਬਾਰਕ ਪ੍ਰਤ ਪਾਰਿਓ। ਏਦਾਂ ਉਹ ਬੱਚਾ ਜਿਉਂਦਾ ਰਿਹਾ। ਜਿੰਨਾ ਚਿਰ ਦੁੱਧ ਪੀਤਾ ਵੱਡਾ ਹੋ ਗਿਆ, ਲੰਗਰ ਪ੍ਰਸ਼ਾਦਾ ਵੀ ਛਕਣ ਲੱਗ ਪਿਆ। ਉਹਦੀ ਪਾਲਣਾ ਇਹਨਾਂ ਨੇ ਕੀਤੀ। ਦੰਪਤੀ ਆਪਣੋ ਪੁੱਤਰ ਵਿਚਾਰਿਓ। ਇਹਨਾਂ ਦੋਵਾਂ ਨੇ ਇਹਨੂੰ ਆਪਣਾ ਹੀ ਪੁੱਤਰ ਜਾਣਿਆ ਕਿ ਸਾਡਾ ਪੁੱਤਰ ਹੈ, ਇਹ ਸਾਡੇ ਘਰ ਵਿੱਚ ਮਾਨੋ ਜੰਮਿਆ। ਏਦਾਂ ਇਹਨਾਂ ਨੇ ਪਾਲਿਆ। 5 ਬਰਸ ਕੋ ਇਸ ਜਬੇ। ਜਦੋਂ ਇਹ ਬੱਚਾ 5 ਕੁ ਸਾਲ ਦਾ ਹੋ ਗਿਆ, ਗੁਰ ਮਹਿਲਾ ਪਿਕ ਸੁੰਦਰੀ ਤਬੇ। ਉਦੋਂ ਇਹ ਦਿੱਲੀ ਆਏ ਹੋਏ ਸਨ ਮਹਾਰਾਜ ਜੀ ਦੇ ਨਾਲ ਹੀ, ਤੇ ਮਾਤਾ ਸੁੰਦਰੀ ਜੀ ਦੀ ਨਿਗਾਹ ਪਈ ਇਸ ਬੱਚੇ ਦੇ ਉੱਤੇ। ਸ਼੍ਰੀ ਅਜੀਤ ਸਿੰਘ ਸੁਤ ਅਨੁਹਾਰਾ। ਜਦੋਂ ਇਸ ਬੱਚੇ ਨੂੰ ਵੇਖਿਆ ਮਾਤਾ ਜੀ ਨੇ ਤੇ ਉਹਨਾਂ ਨੂੰ ਇੱਕਦਮ ਏਦਾਂ ਸਵਰਮ ਪਿਆ ਵੀ ਇਹ ਤਾਂ ਬਿਲਕੁਲ ਮੇਰੇ ਪੁੱਤਰ ਅਜੀਤ ਸਿੰਘ ਵਰਗੀ ਸ਼ਕਲ ਹੈ ਇਹਦੀ। ਉਹ ਬੱਚੇ ਦਾ ਚਿਹਰਾ ਮੋਹਰਾ ਸ਼ਕਲ ਸੂਰਤ ਜਿਹੜੀ ਸੀ ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਰਗੀ ਸੀ। ਤੋ ਮਾਤਾ ਜੀ ਨੇ ਜਦੋਂ ਵੇਖਿਆ ਮਾਤਾ ਜੀ ਨੂੰ ਤੇ ਆਪਣਾ ਲਾਲ ਚੇਤੇ ਆ ਗਿਆ ਉਸ ਬੱਚੇ ਨੂੰ ਵੇਖ ਕੇ। ਬਾਰ ਬਾਰ ਕਰ ਪ੍ਰੇਮ ਨਿਹਾਰਾ। ਉਸ ਬੱਚੇ ਨੂੰ ਸੁਨਿਆਰੇ ਸਿੱਖ ਦਾ ਜਿਹੜਾ ਬੱਚਾ ਹੈ ਮਾਤਾ ਜੀ ਉਹਨੂੰ ਘੁੱਟ ਕੇ ਆਪਣੇ ਗਲ ਨਾਲ ਲਾਉਂਦੇ ਆ। ਬਾਰ-ਬਾਰ ਉਹਦਾ ਮੱਥਾ ਚੁੰਮਦੇ ਆ, ਆਪਣੇ ਪੁੱਤਰ ਦੇ ਵਿਛੋੜੇ ਨੂੰ ਭੁਲਾਉਂਦੇ ਆ। ਦਿੱਲੀ ਵਿਖੇ ਰਹੋ ਜਬ ਕਹਿਓ। ਜਦੋਂ ਕਲਗੀਧਰ ਜੀ ਨੇ ਕਿਹਾ ਮਾਤਾ ਜੀ ਨੂੰ ਕਿ ਸੁੰਦਰੀ ਜੀ ਤੁਸੀਂ ਇੱਥੇ ਦਿੱਲੀ ਵਿੱਚ ਹੀ ਰਹਿਣਾ ਹੈ, ਸੰਗਤ ਦੀ ਅਗਵਾਈ ਕਰਨੀ, ਅਸੀਂ ਦੱਖਣ ਦਿਸ਼ਾ ਨੂੰ ਜਾਣਾ ਹੈ। ਹਿਰਦੇ ਸੁੰਦਰੀ ਤਬ ਇਮ ਚਇਓ। ਤਾਂ ਉਸ ਵਕਤ ਮਾਤਾ ਸੁੰਦਰੀ ਜੀ ਦੇ ਮਨ ਵਿੱਚ ਇਸ ਤਰ੍ਹਾਂ ਇੱਛਾ ਹੋਈ, ਮਾਤਾ ਜੀ ਦੇ ਮਨ ਵਿੱਚ ਇਸ ਤਰ੍ਹਾਂ ਸੰਕਲਪ ਹੋਇਆ। ਕਹਿਤ ਕੰਤ ਸਨ ਜੋਰਤ ਹਾਥ। ਮਾਤਾ ਜੀ ਨੇ ਕਲਗੀਧਰ ਜੀ ਨੂੰ ਹੱਥ ਜੋੜ ਕੇ ਸਿਮਰ ਬੇਨਤੀ ਕੀਤੀ। ਤਜਿਓ ਚੈਤ ਜੇ ਇਸ ਪੁਰ ਨਾਥ। ਕਹਿਣ ਲੱਗੇ ਮਾਤਾ ਜੀ ਹੇ ਜਗਤਨਾਥ ਸਤਿਗੁਰੂ ਜੀ, ਜੇ ਤੁਸੀਂ ਮੈਨੂੰ ਇੱਥੇ ਦਿੱਲੀ ਦੇ ਵਿੱਚ ਛੱਡ ਕੇ ਜਾਣਾ ਚਾਹੁੰਦੇ ਹੋ। ਮਮ ਸੁਤ ਕੀ ਏਸ ਸੇ ਅਨੁਹਾਰਾ। ਉਹ ਬੱਚਾ ਉੱਥੇ ਹੀ ਸੀ ਮਾਤਾ ਜੀ ਦੇ ਕੋਲ। ਤੇ ਮਾਤਾ ਜੀ ਕਹਿੰਦੇ ਵੀ ਇਹ ਜਿਹੜਾ ਬੱਚਾ ਹੈ ਸੁਨਿਆਰੇ ਸਿੱਖ ਦਾ, ਇਹ ਮੇਰੇ ਪੁੱਤਰ ਵਾਂਗੂ ਉਹਦੀ ਸ਼ਕਲ ਹੈ, ਇਹਦੀ ਮੇਰੇ ਪੁੱਤਰ ਵਾਂਗੂ ਇਹਦੀ ਸੂਰਤ ਹੈ ਅਜੀਤ ਸਿੰਘ ਵਰਗੀ। ਦੇਹੋ ਅਬੇ ਕਰੋ ਪ੍ਰਿਤ ਪਾਰਾ। ਇਹ ਮੇਰੀ ਝੋਲੀ ਚ ਪਾ ਦਿਓ ਇਹਨੂੰ, ਇਹਦੀ ਪਾਲਣਾ ਮੈਂ ਕਰਾਂਗੀ ਆਪਣਾ ਪੁੱਤਰ ਜਾਣ ਕੇ। ਇਹਨੂੰ ਵੇਖ ਕੇ ਮੈਨੂੰ ਮੇਰਾ ਪੁੱਤ ਚੇਤੇ ਆਉਂਦਾ ਤੇ ਮੈਨੂੰ ਵਿਛੋੜਾ ਭੁੱਲਿਆ ਰਹੇਗਾ। ਸੁਤ ਸਮ ਪਾਰਕ ਕਰ ਮੈਂ ਰਾਖੋ। ਮੈਂ ਆਪਣੇ ਪੁੱਤਰ ਵਾਂਗੂ ਪਾਲ ਕੇ ਇਹਨੂੰ ਆਪਣੇ ਕੋਲ ਰੱਖਾਂਗੀ। ਮਨ ਪਰ ਚਾਵਨ ਇਤੇ ਅਭਿਲਾਖੋ। ਔਰ ਮੈਂ ਆਪਣਾ ਮਨ ਇਹਦੇ ਚ ਪਰਚਾ ਛੱਡਾਂਗੀ, ਕਿਉਂਕਿ ਤੁਸੀਂ ਵੀ ਜਾਣਾ ਤੇ ਇੱਥੇ ਮੈਨੂੰ ਦਿੱਲੀ ਛੱਡ ਕੇ ਜਾ ਰਹੇ ਹੋ ਤੇ ਮੈਂ ਕਿਸੇ ਨਾ ਕਿਸੇ ਆਸਰੇ ਵਿੱਚ ਤਾਂ ਮਨ ਪਰਚਾਉਣਾ ਹੀ ਆ ਨਾ। ਇਹ ਬੱਚਾ ਮੈਂ ਪਾਲ ਲੈਣੀ ਆ
ਇਹਨੂੰ ਵੇਖ ਕੇ ਮੇਰਾ ਮਨ ਪਰਚਿਆ ਰਹੇਗਾ, ਕਿਉਂਕਿ ਇਹ ਬੱਚਾ ਮੇਰੇ ਪੁੱਤਰ ਅਜੀਤ ਸਿੰਘ ਵਰਗਾ ਹੈ। ਦਿਓ ਆਇਸ ਸ਼੍ਰੀ ਮੁਖ ਤੇ ਜਾਬੇ। ਮਹਾਰਾਜ ਜੀ, ਜੇ ਤੁਸੀਂ ਮੈਨੂੰ ਆਗਿਆ ਕਰੋਗੇ, ਬਿਕਤ ਰਹੁ ਪਾਰਕ ਕਰ ਤਬੇ। ਮੈਂ ਇਹਨੂੰ ਆਪਣਾ ਪਾਲਕ ਪੁੱਤਰ ਬਣਾ ਕੇ ਇਹਨੂੰ ਵੇਖਦੀ ਰਹਾਂਗੀ। ਇਹਨੂੰ ਆਪਣਾ ਪਾਲਕ ਪੁੱਤਰ ਬਣਾ ਕੇ ਇਹਦੇ ਰੂਪ ਨੂੰ ਵੇਖ ਕੇ ਮੈਨੂੰ ਮੇਰਾ ਪੁੱਤ ਅਜੀਤ ਸਿੰਘ ਚੇਤੇ ਆਉਂਦਾ ਰਹੇਗਾ। ਸ਼੍ਰੀ ਗੁਰ ਸੁਨ ਕੇ ਬਾਕ ਬਖਾਨਾ। ਜਾਂ ਇਸ ਤਰ੍ਹਾਂ ਕਹਿ ਲੋ ਵੀ ਅਜੀਤ ਸਿੰਘ ਮੈਨੂੰ ਇਹਦੇ ਚ ਦਿਸੇਗਾ ਤੇ ਮੈਨੂੰ ਏਦਾਂ ਜਾਪੇਗਾ ਮੇਰਾ ਪੁੱਤ ਅਜੀਤ ਸਿੰਘ ਮੇਰੇ ਕੋਲ ਹੈ। ਜਦੋਂ ਮਾਤਾ ਸੁੰਦਰੀ ਜੀ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਸ ਪਾਰੇ ਜਬ ਹੋਏ ਮਾਨਾ। ਮਹਾਰਾਜ ਜੀ ਕਹਿੰਦੇ, ਸੁੰਦਰੀ ਜੀ, ਇਸ ਬੱਚੇ ਨੂੰ ਜੇ ਤੁਸੀਂ ਪਾਲੋਗੇ ਤੇ ਪਾਲ ਕੇ ਜਦੋਂ ਇਹਨੂੰ ਵੱਡਾ ਕਰੋਗੇ, ਵੱਡਾ ਹੋਵੇਗਾ, ਬਨੇ ਤੋਏ ਕੋ ਇਹ ਦੁਖਦਾਈ। ਇਹ ਤੁਹਾਡੇ ਲਈ ਦੁਖਦਾਈ ਹੋਵੇਗਾ ਵੱਡਾ ਹੋ ਕੇ। ਮਹਾਰਾਜ ਜੀ ਦੇ ਬਾਦਸ਼ਾਹ ਜਾਣਦੇ ਸਨ ਤੇ ਨਾਲੇ ਆਖਿਆ ਉਹ ਅਜੀਤ ਸਿੰਘ ਉਹੀ ਸੀ ਸੁੰਦਰੀ, ਉਹਦੇ ਵਰਗੀ ਸ਼ਕਲ ਜ਼ਰੂਰ ਇਹਦੀ ਹੋ ਸਕਦੀ ਹੈ, ਰੂਪ ਹੋ ਸਕਦਾ ਹੈ, ਪਰ ਉਹ ਨਹੀਂ ਹੋ ਸਕਦਾ, ਉਹ ਤਾਂ ਉਹੀ ਸਨ। ਇਹ ਵੱਡਾ ਹੋ ਕੇ ਤੁਹਾਨੂੰ ਦੁਖਦਾਈ ਹੋਵੇਗਾ। ਅੱਗੇ ਕਥਾ ਆਵੇਗੀ ਸਮਾਪਤੀ ਦੇ ਟਾਈਮ ਕਿ ਕਿਵੇਂ ਅਜੀਤ ਸਿੰਘ ਜਿਹੜਾ ਸੀ ਮਾਤਾ ਜੀ ਤੋਂ ਬਾਗੀ ਹੋਇਆ, ਫਿਰ ਇਹਦਾ ਅੱਗੇ ਲੜਕਾ ਹਾਠੀ ਸਿੰਘ ਸੀ। ਤੋ ਮਾਤਾ ਜੀ ਵਾਸਤੇ ਫਿਰ ਇਹ ਕਸ਼ਟਦਾਇਕ ਵੀ ਹੋਏ। ਕਲਗੀਧਰ ਜੀ ਨੇ ਜਿਵੇਂ ਬਚਨ ਕਹੇ ਸਨ। ਤੋ ਸਤਿਗੁਰੂ ਜੀ ਕਹਿੰਦੇ, ਸੁੰਦਰੀ ਜੀ, ਇਹ ਵੱਡੇ ਹੋ ਕੇ ਤੁਹਾਡੇ ਲਈ ਇਹ ਦੁਖਦਾਈ ਹੋਵੇਗਾ। ਹੋ ਜੇ ਤਬ ਹੋਏ ਕੋ ਨਾ ਸਹਾਈ। ਉਦੋਂ ਤੁਸੀਂ ਲੱਭੋਗੇ ਸਾਨੂੰ, ਪਰ ਤੁਹਾਡੀ ਕੋਈ ਸਹਾਇਤਾ ਨਹੀਂ ਕਰੇਗਾ। ਤੁਸੀਂ ਉਦੋਂ ਖੋਜੋਗੇ ਵੀ ਤੁਹਾਡੀ ਕੋਈ ਸਹਾਇਤਾ ਕਰੇ। ਇਹ ਜਦੋਂ ਦੁਖਦਾਈ ਹੋਵੇਗਾ ਤੁਹਾਡੇ ਲਈ ਤੇ ਪਰ ਤੁਹਾਨੂੰ ਕੋਈ ਸਹਾਇਤਾ ਕਰਨ ਵਾਲਾ ਨਹੀਂ ਦਿਸੇਗਾ। ਜਾਂ ਤੇ ਇਮਈ ਰਹੋ ਹਰ ਖਾਏ। ਇਸ ਕਰਕੇ ਇਸ ਖਿਆਲ ਨੂੰ ਛੱਡ ਕੇ ਆਨੰਦ ਵਿੱਚ ਰਹੋ ਤੇ ਪਰਮੇਸ਼ਰ ਦਾ ਭਜਨ ਕਰੋ। ਜਿੰਨੀ ਪਰਾ ਲੱਭਦਾ ਉਹਨੂੰ ਭੋਗੋ, ਆਨੰਦ ਵਿੱਚ ਰਹੋ, ਖੁਸ਼ੀ ਵਿੱਚ ਰਹੋ। ਇਹਦੇ ਤੋਂ ਰਹਿਤ ਹੋ ਕੇ ਤੁਸੀਂ ਖੁਸ਼ੀ ਵਿੱਚ ਰਹੋਗੇ। ਇਹਨੂੰ ਜੇ ਪਾਲੋਗੇ ਤੁਹਾਡੇ ਲਈ ਦੁਖਦਾਈ ਹੋਵੇਗਾ। ਪਟੋ ਗ੍ਰੰਥ ਸਾਹਿਬ ਸੁਖ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ, ਗੁਰਬਾਣੀ ਦਾ ਜਾਪ ਕਰੋ, ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਇਹਦੇ ਮੋਹ ਵਿੱਚ ਕਿਉਂ ਫਸਦੇ ਹੋ? ਇਹਦੀ ਮਮਤਾ 'ਚ ਕਿਉਂ ਫਸਦੇ ਹੋ? ਇਸ ਮੋਹ ਤੋਂ, ਇਸ ਮਮਤਾ ਤੋਂ ਸੁੰਦਰੀ ਜੀ ਉੱਪਰ ਉੱਠੋ। ਇਹਦਾ ਮੋਹ ਤੁਹਾਨੂੰ ਕੱਲ ਨੂੰ ਦੁਖਦਾਈ ਹੋਵੇਗਾ। ਤੁਸੀਂ ਵੇਖੋਗੇ ਫਿਰ ਤੁਹਾਡੀ ਕੋਈ ਸਹਾਇਤਾ ਨਹੀਂ ਕਰੇਗਾ। ਅਜੀਤ ਸਿੰਘ ਨੇ, ਇਹਦਾ ਨਾਮ ਵੀ ਮਾਤਾ ਜੀ ਨੇ ਅਜੀਤ ਸਿੰਘ ਹੀ ਰੱਖਿਆ ਸੀ। ਇਹ ਜਿਹੜਾ ਪਾਲਕ ਪੁੱਤਰ ਹੈ ਨਾ, ਮਾਤਾ ਜੀ ਨੇ ਆਖਿਆ ਮੇਰਾ ਅਜੀਤ ਹੈ ਤੇ ਨਾਂ ਅਜੀਤ ਸਿੰਘ ਹੀ ਰੱਖਿਆ। ਸਤਿਗੁਰੂ ਜੀ ਦੇ ਜਿਹੜੇ ਦਿੱਤੇ ਹੋਏ ਸ਼ਸਤਰ ਸਨ, ਮਾਤਾ ਜੀ ਉਹਨਾਂ ਨੂੰ ਪੂਜਦੇ, ਦਰਸ਼ਨ ਕਰਦੇ ਸੀ। ਇਹ ਜਦੋਂ ਵੱਡਾ ਹੋਇਆ, ਮਾਤਾ ਜੀ ਨੂੰ ਆ ਕੇ ਬੋਲ ਕਬੋਲ ਬੋਲਦਾ ਤੇ ਸਤਿਗੁਰਾਂ ਦੇ ਸ਼ਸਤਰ ਆਪ ਸਰੀਰ ਤੇ ਸਜਾ ਲਏ ਨੇ, ਬੇਅਦਬੀ ਕੀਤੀ। ਤੋ ਇਹ ਉਦੋਂ ਮਾਤਾ ਜੀ ਨੂੰ ਫਿਰ ਕਲਗੀਧਰ ਜੀ ਦੇ ਬਚਨ ਚੇਤੇ ਆਏ ਸਨ। ਮਹਾਰਾਜ ਜੀ ਕਹਿੰਦੇ ਆ, ਗੁਰਬਾਣੀ ਪੜੋ ਸੁੰਦਰੀ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਇਹ ਤੁਹਾਡੇ ਲਈ ਦੁਖਦਾਈ ਹੋਣਾ। ਇਹਦੇ ਮੋਹ ਵਿੱਚ, ਇਹਦੀ ਮਮਤਾ 'ਚ ਨਾ ਫਸੋ। ਪਠਤ ਸੁਨਤ ਮੈਂ ਦਿਵਸ ਬਿਤਾਓ। ਗੁਰਬਾਣੀ ਪੜਨ ਵਿੱਚ, ਗੁਰਬਾਣੀ ਸੁਣਨ ਵਿੱਚ ਆਪਣੇ ਦਿਨ ਬਤੀਤ ਕਰੋ। ਸਿਮਰਨ ਵਾਹਿਗੁਰੂ ਚਿਤ ਲਾਵੋ। ਔਰ ਵਾਹਿਗੁਰੂ 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 ਦਾ ਸਿਮਰਨ ਕਰੋ। ਨਿਰੰਕਾਰ ਪਰਮੇਸ਼ਰ ਦਾ ਭਜਨ ਕਰੋ। ਸੁਨ ਸੁੰਦਰੀ ਮਨ ਅਨਮਨ ਭਈ। ਇਹ ਸੁਣ ਕੇ ਮਾਤਾ ਸੁੰਦਰੀ ਜੀ ਦਾ ਪਹਿਲਾ ਹੌਸਲਾ ਜਿਹਾ ਵੱਜ ਗਿਆ ਸੀ, ਹੁਣ ਅਨਮਨਾ ਜਿਹਾ ਹੋ ਗਿਆ ਮਨ। ਵੀ ਸਤਿਗੁਰਾਂ ਨੇ ਰੋਕ ਦਿੱਤਾ ਵੀ ਮੈਂ ਤਾਂ ਚਲੋ ਸੋਚਿਆ ਸੀ ਵੀ ਇਹਨੂੰ ਪਾਲ ਲਵਾਂਗੀ, ਇਹਨੂੰ ਆਪਣਾ ਵੇਖ ਕੇ ਮਨ ਨੂੰ ਧੀਰਜ ਬਣਿਆ ਰਹੇਗਾ, ਪਰ ਸਤਿਗੁਰਾਂ ਨੇ ਰੋਕ ਦਿੱਤਾ। ਤੋ ਮਾਤਾ ਜੀ ਦਾ ਮਨ ਅਨਮਨਾ ਜਿਹਾ ਹੋ ਗਿਆ। ਪਤੀ ਤੇ ਇਹ ਨਾ ਕਾਮਨਾ ਲਈ। ਇਹ ਮੇਰੇ ਪਤੀ ਪਰਮੇਸ਼ਰ ਤੋਂ ਮੇਰੀ ਇਹ ਕਾਮਨਾ ਪੂਰੀ ਨਹੀਂ ਹੋਈ। ਵੱਡੋ ਹੋਏ ਕਿਆ ਕਰੇ ਬਖੇਰਾ। ਇਹ ਵੱਡਾ ਹੋ ਕੇ ਭਲਾ ਕੀ ਬਖੇੜਾ ਕਰੇਗਾ। ਅਬ ਚਿਤ ਪਰਚਾ ਪਿਖੇ ਨ ਮੇਰਾ।
ਉਦੋਂ ਵੇਖੀ ਜਾਏਗੀ, ਘਟੋ ਘਟ ਹੁਣ ਤਾਂ ਮੇਰਾ ਮਨ ਪਰਚਦਾ ਨਾ। ਮਾਤਾ ਜੀ ਹੁਣ ਹੀ ਵੇਖਦੇ ਆ ਵੀ ਹੁਣ, ਪਰ ਸਤਿਗੁਰੂ ਜੀ ਨੂੰ ਆਉਣ ਵਾਲਾ ਸਮਾਂ ਵੀ ਦਿਸਦਾ। ਦਰਅਸਲ ਇਹ ਖੇਡ ਸਾਡੀ ਸਾਰਿਆਂ ਦੀ ਹੈ। ਸਾਨੂੰ ਆਪਣਾ ਆਉਣ ਵਾਲਾ ਸਮਾਂ ਨਹੀਂ ਪਤਾ ਹੁੰਦਾ। ਸਾਨੂੰ ਕਹਿੰਦੇ ਵੀ ਆਹ ਹੁਣ ਦੇ ਟਾਈਮ 'ਚ ਸਾਨੂੰ ਆਹ ਚੀਜ਼ ਆ, ਆਹ ਹੀ ਚਾਹੀਦੀ ਹੈ। ਗੁਰੂ ਸਾਹਿਬ ਨਹੀਂ ਦਿੰਦੇ ਪਤਾ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹਦੇ ਲਈ ਦੁਖਦਾਈ ਹੋਵੇ। ਅਸੀਂ ਫਿਰ ਉਲਾਂਭੇ ਭਿੜਨ ਲੱਗ ਪੈਂਦੇ ਹਾਂ। ਇਸ ਕਰਕੇ ਸਤਿਗੁਰੂ ਤ੍ਰਿਕਾਲਦਰਸ਼ੀ ਹਨ। ਮਾਤਾ ਜੀ ਸੋਚਦੇ, ਨਾਲੇ ਕਹਿੰਦੇ ਵੀ ਵੱਡਾ ਹੋ ਕੇ ਜਦੋਂ ਦੁੱਖ ਦੇਣਾ, ਵਖੇੜਾ ਕਰਨਾ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਹੁਣ ਤਾਂ ਮੇਰਾ ਮਨ ਪਰਚਿਆ ਰਹਿੰਦਾ ਨਾ ਇਹਦੇ ਨਾਲ। ਘਟੋ ਘਟ ਹੋਣੀ ਮੈਨੂੰ ਆਗਿਆ ਦੇ ਦਿੰਦੇ ਕਿ ਜਿੰਨਾ ਚਿਰ ਇਹ ਵੱਡਾ ਨਹੀਂ ਹੁੰਦਾ ਉਹਨਾਂ ਚਿਰ ਹੀ ਮੈਂ ਇਹਨੂੰ ਆਪਣੇ ਕੋਲ ਰੱਖ ਲਵਾਂ। ਰਹੋ ਇਕਾਂਕੀ ਸਦਾ ਉਦਾਸ। ਜਦੋਂ ਮੈਂ ਸਤਿਗੁਰਾਂ ਤੋਂ ਬਿਨਾਂ ਇੱਥੇ ਇਕੱਲੀ ਰਵਾਂਗੀ, ਮੇਰਾ ਮਨ ਉਦਾਸ ਰਹੇਗਾ, ਦੁਖੀ ਰਹੇਗਾ। ਨੈ ਨੰਦਨ ਨੈ ਪਤੀ ਹੋਏ ਪਾਸ। ਨਾ ਮੇਰਾ ਪੁੱਤਰ ਮੇਰੇ ਕੋਲ ਹੈ ਤੇ ਨਾ ਮੇਰਾ ਪਤੀ ਮੇਰੇ ਕੋਲ ਹੋਵੇਗਾ। ਮੈਂ ਕਿਹਦੇ ਆਸਰੇ ਰਹਿਣਾ ਇੱਥੇ ਇਕੱਲੀ ਨੇ? ਨਾ ਮੇਰਾ ਪੁੱਤਰ ਕੋਲ ਹੋਣਾ, ਨਾ ਮੇਰੇ ਪਤੀ ਨੇ ਮੇਰੇ ਕੋਲ ਹੋਣਾ। ਕੀਤਤ ਚਿਰ ਮੈਂ ਬੌਰ ਬਖਾਨੀ। ਇਹ ਸੋਚ ਕੇ ਮਾਤਾ ਸੁੰਦਰੀ ਜੀ ਕੁਝ ਸਮੇਂ ਬਾਅਦ ਫਿਰ ਬੋਲੇ, ਦੁਖ ਆਤੁਰ ਕੀ ਬਿਨੇ ਨਾ ਮਾਨੀ। ਕਹਿਣ ਲੱਗੇ ਮੈਂ ਦੁਖੀ ਹਾਂ, ਆਤੁਰ ਹਾਂ। हे ਸਾਹਿਬ ਜੀ, ਤੁਸੀਂ ਮੇਰੀ ਬੇਨਤੀ ਨੂੰ ਨਹੀਂ ਮੰਨਿਆ। ਰਾਵਰ ਬਿਨਾ ਇਕਾਂਕੀ ਥੀਵੋ। ਤੁਹਾਡੇ ਬਿਨਾ ਮੈਂ ਇੱਥੇ ਇਕੱਲੀ ਰਵਾਂਗੀ ਦਿੱਲੀ ਵਿੱਚ। ਪਰਮ ਕਸ਼ਟ ਮੈਂ ਕਿਸ ਬਿਦ ਜੀਵੋ। ਤੇ ਤੁਹਾਡੇ ਵਿਛੋੜੇ ਦੇ ਉਸ ਕਸ਼ਟ ਵਿੱਚ ਮੈਂ ਕਿਵੇਂ ਜੀਵਾਂਗੀ? ਮੈਂ ਕਿਵੇਂ ਆਪਣੇ ਦਿਨ ਬਤੀਤ ਕਰਾਂਗੀ? ਮੈਨੂੰ ਉਹ ਸਮਾਂ ਚੇਤੇ ਕਰ ਕਰਕੇ ਹੌਲ ਪੈਂਦੇ ਨੇ। ਕਿਉਂ ਨਾ ਵਿਚਾਰ ਤੋ ਮਮ ਹਾਲ। ਮਹਾਰਾਜ ਜੀ, ਤੁਹਾਡੇ ਟੁਰ ਗਿਆ ਮੇਰੀ ਕੀ ਹਾਲਤ ਹੋਣੀ ਆ, ਤੁਸੀਂ ਉਹਦੇ ਬਾਰੇ ਵੀ ਤਾਂ ਵੇਖੋ। ਉਹ ਕਿਉਂ ਨਹੀਂ ਵਿਚਾਰਦੇ ਹੈ ਬਾਜਾਂ ਵਾਲੇ ਸੁਆਮੀ ਜੀ? ਬਿਰਦੇ ਆਪ ਕੋ ਸਦਾ ਕਿਰਪਾਲ। ਮਹਾਰਾਜ, ਤੁਹਾਡਾ ਬਿਰਦ ਸਦਾ ਹੀ ਕਿਰਪਾਲੂ ਹੈ। ਤੁਸੀਂ ਸਦਾ ਹੀ ਕਿਰਪਾ ਦੇ ਰਸ ਵਿੱਚ ਆ ਕੇ ਕਿਰਪਾ ਕਰਦੇ ਹੋ। ਸੁਨ ਕਰ ਸਤਿਗੁਰ ਹਿਰਦੇ ਵਿਚਾਰਾ। ਸੁਣ ਕੇ ਮਾਤਾ ਸੁੰਦਰੀ ਦੀ ਬੇਨਤੀ ਕਲਗੀਧਰ ਜੀ ਨੇ ਹਿਰਦੇ 'ਚ ਵਿਚਾਰ ਕੀਤੀ। ਇਹ ਦੁੱਖ ਆਤੁਰ ਆਏ ਉਦਾਰਾ। ਮਹਾਰਾਜ ਜੀ ਨੇ ਸੋਚਿਆ ਕਿ ਸੁੰਦਰੀ ਦੁੱਖ ਕਰਕੇ ਆਤੁਰ ਹੈ, ਵਿਛੋੜੇ ਦੀ ਤੜਫ ਕਰਕੇ ਆਤੁਰ ਤੇ ਵਿਆਕੁਲ ਹੈ। ਸਮਝਾਈ ਸਮਝੇ ਨਾ ਅਜਾਨੀ। ਹੁਣ ਜੇ ਸਮਝਾਇਆ ਵੀ ਤੇ ਇਹਨਾਂ ਨੇ ਸਮਝਣਾ ਨਹੀਂ, ਕਿਉਂਕਿ ਇਸ ਵੇਲੇ ਇਹਨਾਂ ਦੀ ਸੁਰਤ ਵਿੱਚ ਕੇਵਲ ਇਹੀ ਗੱਲ ਜਿਹੜੀ ਆ ਉਹ ਬਾਰ-ਬਾਰ ਚੱਲ ਰਹੀ ਹੈ। ਬਾਰਕ ਪਾਰਕ ਚੈਸ ਮਾਨੀ। ਇਸ ਬੱਚੇ ਨੂੰ ਸੁੰਦਰੀ ਜੀ ਪਾਲਣਾ ਚਾਹੁੰਦੇ ਹਨ। ਕਹਿਓ ਤਬੇ ਲੈ ਪਾਰੋ ਆਪ। ਮਹਾਰਾਜ ਜੀ ਜਾਣਦੇ ਵੀ ਚਲੋ ਜਿਹੜੀ ਹੋਣੀ ਉਥਾਂ ਵਰਤਣੀ ਹੈ। ਇੱਕ ਵਾਰੀ ਅਗਾਹ ਕੀਤਾ, ਨਹੀਂ ਮੰਨੇ। ਕਹਿੰਦੇ ਚਲੋ ਸੁੰਦਰੀ ਜੀ ਨਹੀਂ ਟਲਦੇ ਤੇ ਪਾਲ ਲਓ ਫਿਰ ਇਹਨੂੰ। ਮਾਤਾ ਜੀ ਨੂੰ ਸਤਿਗੁਰਾਂ ਨੇ ਕਿਹਾ ਕਿ ਸੁੰਦਰੀ ਜੀ ਜੇ ਨਹੀਂ ਟਾਲਾ ਕਰਦੇ ਤੇ ਫਿਰ ਪਾਲ ਲਵੋ। ਲੱਖ ਹੈ ਬੜੇ ਦੇਹ ਸੰਤਾਪ। ਅਰੇ ਯਾਦ ਰੱਖਿਓ, ਇਹਨੇ ਵੱਡਿਆਂ ਹੋ ਕੇ ਤੁਹਾਨੂੰ ਦੁੱਖ ਦੇਣਾ, ਇਹ ਗੱਲ ਚੇਤੇ ਰੱਖਿਓ। ਸੁਤ ਅਜੀਤ ਸਿੰਘ ਕੀ ਅਨੁਹਾਰੀ। ਇਹ ਅਜੀਤ ਸਿੰਘ ਵਾਂਗੂ ਤੁਹਾਨੂੰ ਜਾਪਦਾ, ਉਹਦੀ ਸ਼ਕਲ ਸੂਰਤ ਇਹਦੀ ਅਜੀਤ ਸਿੰਘ ਵਾਂਗੂ ਲੱਗਦੀ ਹੈ। ਨਿਕਟ ਬਿਠਾਇਓ ਪਿਕ ਸੁਖ ਭਾਰੀ। ਪਰ ਉਹਦੇ ਵਰਗਾ ਨਹੀਂ ਹੈ ਇਹ, ਉਹਦੇ ਜਿਹਾ ਨਹੀਂ ਹੈ। ਪਰ ਮਾਤਾ ਜੀ ਨੂੰ ਜਦੋਂ ਸੁਣਿਆ ਨਾ ਵੀ ਚਲੋ ਪਾਲ ਲਓ, ਤੇ ਮਾਤਾ ਜੀ ਨੂੰ ਇੰਨੀ ਖੁਸ਼ੀ ਹੋ ਗਈ। ਇਹਨੂੰ ਬੱਚੇ ਨੂੰ ਲਿਆ ਕੇ ਆਪਣੇ ਕੋਲ ਬਿਠਾ ਲਿਆ ਮਾਤਾ ਜੀ ਨੇ। ਪਤੀ ਕੀ ਆਇਸ ਲੇਹਿਤ ਪਾਰਨ। ਪਤੀ ਦੀ ਆਗਿਆ ਲੈ ਕੇ ਇਹਦੀ ਪਾਲਣ ਵਾਸਤੇ ਵੀ, ਇਹਦੀ ਪਰਵਰਿਸ਼ ਕਰਨ ਲਈ ਪਤੀ ਦੀ ਆਗਿਆ ਲੈ ਲਈ। ਸੁਤਈ ਕੋ ਕੀਏ ਨਾਮ ਉਚਾਰਨ। ਇਹਦਾ ਨਾਂ ਵੀ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰ ਵਾਲਾ ਹੀ ਨਾਂ ਰੱਖਿਆ, ਅਜੀਤ ਸਿੰਘ। ਇਹਦਾ ਨਾਮ ਵੀ ਆਪਣੇ ਪੁੱਤਰ ਵਾਲਾ ਹੀ ਨਾਂ ਰੱਖਿਆ, ਅਜੀਤ ਸਿੰਘ। ਪਾਲਕ ਪਾ ਅਜੀਤ ਸਿੰਘ ਸੋਏ। ਪਰ ਇਹਨੂੰ ਸੰਗਤ ਵਿੱਚ ਨਾਮ ਮਿਲਿਆ ਪਾਲਕ ਪੁੱਤਰ ਅਜੀਤ ਸਿੰਘ।
ਵੀ ਕਿਤੇ ਭੁਲੇਖਾ ਨਾ ਪਵੇ ਸੰਗਤ ਵਿੱਚ। ਇਸ ਕਰਕੇ ਪਾਲਕ ਪੁੱਤਰ ਅਜੀਤ ਸਿੰਘ, ਇਹਦੇ ਅਜੀਤ ਸਿੰਘ ਤੋਂ ਪਹਿਲਾਂ ਪਾਲਕ ਪੁੱਤਰ ਕਿਹਾ ਜਾਂਦਾ ਸੀ ਕਿ ਮਾਤਾ ਸੁੰਦਰੀ ਜੀ ਦਾ ਪਾਲਕ ਪੁੱਤਰ ਅਜੀਤ ਸਿੰਘ, ਇਹ ਨਾਂ ਇਹਦਾ ਪ੍ਰਗਟ ਹੋਇਆ। ਸਿੱਖ ਤੇ ਲਿਓ ਹਰਖ ਮੈਂ ਹੋਏ। ਔਰ ਉਸ ਸੁਨਿਆਰੇ ਸਿੱਖ ਕੋਲੋਂ ਇਹ ਬੱਚਾ ਲੈ ਕੇ ਮਾਤਾ ਜੀ ਨੇ ਦੀ ਪਾਲਣਾ ਕੀਤੀ ਤੇ ਖੁਸ਼ੀ ਮਨਾਈ। ਉਨ ਸਾਹਿਬ ਦੇਵੀ ਕੇ ਸਾਥ, ਇਹ ਤਾਂ ਸੀ ਮਾਤਾ ਸੁੰਦਰੀ ਜੀ ਦੇ ਪ੍ਰਸੰਗ। ਹੁਣ ਮਾਤਾ ਸਾਹਿਬ ਦੇਵਾਂ ਜੀ ਨੂੰ ਵੀ ਸਤਿਗੁਰਾਂ ਕਿਹਾ ਸੀ ਵੀ ਤੁਸੀਂ ਵੀ ਰਹੋ ਇੱਥੇ ਦਿੱਲੀ। ਜਦੋਂ ਮਾਤਾ ਸਾਹਿਬ ਦੇਵੀ ਜੀ ਨੇ ਸਤਿਗੁਰਾਂ ਦੇ ਬਚਨ ਸੁਣੇ ਤਾਂ ਮਾਤਾ ਜੀ ਨੇ ਆਪਣੇ ਦੋਵੇਂ ਹੱਥ ਜੋੜੇ। ਖਾਲਸੇ ਦੇ ਪੂਜਨੀਕ ਮਾਤਾ ਸਾਹਿਬ ਦੇਵਾਂ ਜੀ ਬੋਲੇ, ਉਰ ਰਾਖਨ ਇਤ ਬੋਲੇ ਨਾਥ। ਤੇ ਮਾਤਾ ਜੀ ਨੇ ਜਦੋਂ ਬੇਨਤੀ, ਮਹਾਰਾਜ ਜੀ ਬੋਲੇ ਸਾਹਿਬ ਦੇਵੀ ਜੀ ਤੁਸੀਂ ਇੱਥੇ ਹੀ ਰਹੋ ਨਗਰ ਵਿੱਚ ਦਿੱਲੀ 'ਚ, ਜਿਵੇਂ ਸੁੰਦਰੀ ਜੀ ਨੇ ਰਹਿਣਾ ਇਹਨਾਂ ਦੇ ਕੋਲ ਤੁਸੀਂ ਵੀ ਰਹੋ। ਨਿਕਟ ਸੋਤ ਕੇ ਰਹੋ ਥਿਰ ਹੋਏ ਕੈ, ਤੁਹਾਡੇ ਵੱਡੇ ਭੈਣ ਨੇ ਸੁੰਦਰੀ ਜੀ, ਇਹਨਾਂ ਦੇ ਪਾਸ ਤੁਸੀਂ ਇਹ ਜਿੱਥੇ ਰਹਿਣਗੇ ਉੱਥੇ ਤੁਸੀਂ ਵੀ ਨਿਵਾਸ ਕਰੋ। ਕਿਆ ਲੈ ਹੈ ਦੱਖਣ ਦਿਸ਼ ਜੈ ਕੈ, ਤੁਸੀਂ ਸਾਡੇ ਨਾਲ ਦੱਖਣ ਦਿਸ਼ਾ ਜਾ ਕੇ ਕੀ ਲੈਣਾ, ਭਲਾ ਉੱਥੇ ਜਾ ਕੇ ਕੀ ਲੈਣਾ, ਸਾਡੇ ਨਾਲ ਇੰਨਾ ਲੰਮਾ ਸਫ਼ਰ ਹੈ। ਸਕਲ ਬਿਦਨ ਤੇ ਬਸੇ ਸੁਖਾਰੀ, ਇੱਥੇ ਤੁਸੀਂ ਸੁੰਦਰੀ ਜੀ ਦੇ ਕੋਲ ਸਾਰੇ ਸੁੱਖਾਂ ਦੇ ਸਹਿਤ ਬਸੋਗੇ ਰਹੋਗੇ। ਪੂਜੈ ਪਹੁੰਚ ਸੰਗਤਾਂ ਸਾਰੀ, ਸਾਰੀ ਸੰਗਤ ਤੁਹਾਡੀ ਪੂਜਾ ਕਰੇਗੀ। ਜਿਵੇਂ ਸੁੰਦਰੀ ਜੀ ਨੂੰ ਪੂਜਣਗੇ ਇਸੇ ਤਰ੍ਹਾਂ ਤੁਹਾਡੀ ਪੂਜਾ, ਤੁਹਾਡਾ ਸਤਿਕਾਰ ਕਰਨਗੇ। ਦਿਨ ਪ੍ਰਤ ਗਮਨ ਨਰਕ ਸਮ ਕਹੈ, ਸਿਆਣਿਆਂ ਦੀ ਕਹਾਵਤ ਹੈ ਵੀ ਰੋਜ਼ ਹੀ ਟੁਰੇ ਰਹਿਣ ਦਾ ਨਾਮ ਸਿਆਣੇ ਕਹਿੰਦੇ ਦਾ ਨਰਕ ਹੈ। ਵੀ ਰੋਜ਼ ਹੀ ਸਫ਼ਰ ਕਰੀ ਜਾਣਾ, ਟੁਰੇ ਹੀ ਰਹਿਣਾ, ਨਵੇਂ ਪਿੰਡ ਨਵੇਂ ਥਾਂ, ਸਿਆਣੇ ਲੋਕ ਉਹਨੂੰ ਨਰਕ ਕਹਿੰਦੇ ਹਨ। ਤ੍ਰਿਆ ਜਾਤ ਕੋ ਬਹੁ ਦੁੱਖ ਆਏ, ਤੁਹਾਡਾ ਇਸਤਰੀ ਜਾਮਾ, ਇਸਤਰੀ ਜਾਮੇ 'ਚ ਹੋਰ ਖੇਚਲ ਵੱਧ ਹੋਵੇਗੀ, ਤੁਹਾਡੇ ਸਰੀਰ ਨੂੰ ਕਸ਼ਟ ਹੋਵੇਗਾ, ਲੰਮਾ ਪੈਂਡਾ ਹੈ। ਸੁਨ ਸਾਹਿਬ ਦੇਵੀ ਕਰ ਜੋਰੇ, ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਮਾਤਾ ਸਾਹਿਬ ਦੇਵਾਂ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਾਢੋ ਨੇਮ ਆਏ ਏ ਮੋਰੇ। ਮਾਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਆਪਣਾ ਪੱਕਾ ਨੇਮ ਇਹ ਧਾਰਨ ਕੀਤਾ ਹੋਇਆ, ਮੇਰਾ ਇਹ ਨੇਮ ਮੈਂ ਬਣਾਇਆ ਹੋਇਆ। ਪੂਰਬ ਦਰਸ਼ਨ ਕਰੋ ਤੁਹਾਰਾ, ਮੈਂ ਪਹਿਲਾਂ ਤੁਹਾਡੇ ਦਰਸ਼ਨ ਕਰਦੀ ਹਾਂ। ਮੇਰਾ ਇਹ ਨੇਮ ਹੈ ਕਿ ਮੈਂ ਪਹਿਲਾਂ ਆਪ ਜੀ ਦੇ ਦੀਦਾਰ ਕਰਦੀ ਹਾਂ, ਦਰਸ਼ਨ ਕਰਦੀ ਹਾਂ। ਪਦ ਬੰਧਨ ਤੇ ਅਚੋ ਆਹਾਰਾ, ਦਰਸ਼ਨ ਕਰਕੇ ਤੁਹਾਡੇ ਚਰਨਾਂ ਤੇ ਬੰਦਨਾ ਕਰਕੇ ਫਿਰ ਮੈਂ ਭੋਜਨ ਛਕਦੀ ਹਾਂ। ਦਮਦਮਾ ਸਾਹਿਬ ਤੋਂ ਮੈਂ ਇਹ ਨੇਮ ਬਣਾਇਆ। ਉਸ ਤੋਂ ਪਹਿਲਾਂ ਵੀ ਸੀ, ਆਨੰਦਪੁਰ ਸਾਹਿਬ ਵੀ ਸੀ, ਪਰ ਕੁਝ ਸਮਾਂ ਇਹ ਨੇਮ ਵਿਘਨ ਪਿਆ। ਤੋ ਹੁਣ ਮੈਂ ਇਹ ਨੇਮ ਬਣਾਇਆ ਹੋਇਆ ਵੀ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਚਰਨਾਂ ਤੇ ਬੰਦਨਾ ਕਰਕੇ ਫਿਰ ਮੈਂ ਪ੍ਰਸ਼ਾਦਾ ਛਕਦੀ ਹਾਂ। ਮਾਤਾ ਜੀ ਨੇ ਨੇਮ ਆਪਣੀ ਤਾ ਉਮਰ ਤੱਕ ਨਿਭਾਇਆ। ਕਲਗੀਧਰ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਵੀ 2 ਦਹਾਕੇ ਮਾਤਾ ਜੀ ਰਹੇ। ਸਤਿਗੁਰਾਂ ਦੀ ਪੋਥੀ ਦੇ, ਸਤਿਗੁਰਾਂ ਦੇ ਸ਼ਸਤਰਾਂ ਦੇ ਵਿੱਚੋਂ ਮਾਤਾ ਜੀ ਨੂੰ ਸਤਿਗੁਰਾਂ ਦੇ ਦਰਸ਼ਨ ਹੁੰਦੇ, ਫਿਰ ਉਹ ਭੋਜਨ ਛਕਦੇ। ਜਦੋਂ ਮਹਾਰਾਜ ਜੀ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨਾਂਦੇੜ ਗਏ ਨੇ ਤਖਤ ਸਾਹਿਬ, तो माता साहब देवा जी का तप स्थान है। उत्थे माता जी ने उत्थे माता जी रहा करदे, भजन करया करदे ते प्रशादा पका के माता जी ने रखना। कलगीधर जी ने माता जी को जाके दोपहर के समय प्रशादा छकना। माता जी ने सतगुरां दे दर्शन करके गुरुदेव नूं प्रशादा छका के फिर बाद चाप प्रशादा छकना। तो इस तरह माता साहब देवा जी का यह नेम सी। माता जी बेनती कर रहे ने, महाराज जी मेरा ये नेम है कि मैं तुहाडे दर्शन करके फिर बाद विच भोजन छकदी हाँ। इतने ही माने सुख सारे, इहदे विच ही मैं सारे सुख माणे हन, इहदे विच ही मैनू सारा सुख प्राप्त हुंदा है। परम आनंद मैं संग तुम्हारे, जदों मैं आप जी दे नाल रहिंदी हाँ, दर्शन करदी हाँ, उहदे विच मैनू परम आनंद है। इह राह दे सफर दा खेचड़ा जां इह दुख
ਮਹਾਰਾਜ ਉਹ ਸੁੱਖ ਦੇ ਸਾਹਮਣੇ ਤਾਂ ਇਹ ਕੁਝ ਵੀ ਨਹੀਂ ਹਨ ਜੋ ਤੁਹਾਡੇ ਨਾਲ ਰਹਿ ਕੇ ਮੈਨੂੰ ਪ੍ਰਾਪਤ ਹੁੰਦਾ ਹੈ। ਤੁਹਾਡੇ ਦਰਸ਼ਨ ਕਰਕੇ, ਤੁਹਾਡੀ ਸੰਗਤ ਕਰਕੇ ਮਹਾਰਾਜ ਇਹ ਖੇਚਲਾਵਾਂ ਜਿਹੜੀਆਂ ਨੇ ਸਰੀਰਾਂ ਦੀਆਂ, ਇਹ ਸਫ਼ਰ ਦੀਆਂ, ਮਹਾਰਾਜ ਇਹ ਤਾਂ ਕੁਝ ਵੀ ਨਹੀਂ ਹਨ। ਗਮਨ ਬਿਕੇ ਨੇ ਸੰਕਟ ਕੋਈ, ਮੈਨੂੰ ਤੁਹਾਡੇ ਨਾਲ ਜਾਣ ਵਿੱਚ ਸੰਕਟ ਕੋਈ ਨਹੀਂ, ਪਰ ਤੁਹਾਡੇ ਵਿਛੋੜੇ 'ਚ ਇੱਥੇ ਰਹਿਣਾ ਇਹ ਮੇਰੇ ਲਈ ਸਭ ਤੋਂ ਵੱਡਾ ਸੰਕਟ ਹੈ, ਦੁੱਖ ਹੈ। ਇਹ ਨਹੀਂ ਮੈਂ ਰਹਿ ਸਕਦੀ। ਸੰਗ ਆਪ ਕੇ ਸਭ ਸੁਖ ਹੋਈ, ਮਹਾਰਾਜ ਤੁਹਾਡੇ ਸੰਗ ਵਿੱਚ, ਤੁਹਾਡੀ ਸੰਗਤ 'ਚ ਰਹਿ ਕੇ ਮੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੁੰਦੇ ਹਨ। ਉਜਵਾਵਨ ਸੰਗਤ ਕੇ ਪਾਸ, ਸੰਗਤ ਕੋਲੋਂ ਪੂਜਾ ਕਰਾਉਣੀ ਇਹਦੀ ਵੀ ਮੈਨੂੰ ਕੋਈ ਕਾਂਖਾ ਨਹੀਂ। ਬਿਰਹਾ ਤੁਮ ਤੇ ਇਹ ਧਰੋ ਨ ਆਸ, ਤੁਹਾਡੇ ਤੋਂ ਵਿਛੜ ਕੇ ਸੰਗਤ ਕੋਲੋਂ ਆਪਣੀ ਪੂਜਾ ਕਰਾਉਣ ਦੀ ਮੈਨੂੰ ਕੋਈ ਆਸ ਨਹੀਂ ਕਿ ਤੁਹਾਡੇ ਤੋਂ ਵਿਛੜ ਕੇ ਦਿੱਲੀ ਰਵਾਂ ਤੇ ਸੰਗਤ ਕੋਲੋਂ ਆਪਣੀ ਪੂਜਾ ਕਰਾਵਾਂ, ਇਹਦੀ ਮੈਨੂੰ ਕੋਈ ਆਸ ਨਹੀਂ ਹੈ। ਮਨ ਕੀ ਗਤ ਸਭ ਜਾਣਨ ਹਾਰੇ, ਮੇਰੇ ਮਨ ਦੀ ਗਤ ਜੋ ਮੇਰੇ ਹਿਰਦੇ ਵਿੱਚ ਮੈਂ ਬੋਲ ਕੇ ਨਹੀਂ ਕਹਿ ਸਕਦੀ, ਪਰ ਤੁਸੀਂ ਜਾਣੀ ਜਾਣੋ, ਮੇਰੇ ਹਿਰਦੇ ਦੀ ਜਾਣਦੇ ਹੋ ਸਤਿਗੁਰੂ। ਮੇਰੇ ਹਿਰਦੇ ਦੀ ਅਵਸਥਾ ਮੇਰੇ ਬਿਨਾ ਬੋਲਿਆਂ ਤੁਸੀਂ ਜਾਣਦੇ ਹੋ। ਬਨੇ ਨ ਕਹਿਬੋ ਨਿਕਟ ਤੁਮਾਰੇ, ਤੁਹਾਡੇ ਕੋਲ ਕਹਿਣਾ ਨਹੀਂ ਬਣਦਾ। ਪਰਖ ਪ੍ਰੇਮ ਕੋ ਰਾਖੋ ਸਾਥ, ਮੇਰੇ ਮਨ ਦਾ ਪ੍ਰੇਮ ਪਰਖ ਕੇ ਸਾਹਿਬ ਜੀ ਮੈਨੂੰ ਆਪਣੇ ਨਾਲ ਰੱਖੋ। ਇਹੀ ਕਾਮਨਾ ਪੁਰਵੋ ਨਾਥ, ਇਹ ਨਾਥ ਮੈਨੂੰ ਆਪਣੇ ਤੋਂ ਦੂਰ ਨਾ ਕਰੋ, ਮੈਨੂੰ ਆਪਣੇ ਤੋਂ ਨਾ ਵਿਛੋੜੋ। ਮਹਾਰਾਜ ਆਪਣੇ ਚਰਨਾਂ ਵਿੱਚ ਹੀ ਮੈਨੂੰ ਰੱਖੋ। ਦੀਨ ਮਨਾ ਅਤਸ਼ੇ ਗੁਰ ਜਾਨੀ, ਮਾਤਾ ਸਾਹਿਬ ਦੇਵਾ ਜੀ ਏਦਾਂ ਕਹਿ ਕੇ ਤੇ ਨੇਤਰ ਭਰੇ ਹੋਏ ਨੇ ਵਿਰਾਗ ਵਿੱਚ। ਸਤਿਗੁਰੂ ਕਲਗੀਧਰ ਜੀ ਨੇ ਵੇਖਿਆ ਕਿ ਸਾਹਿਬ ਦੇਵੀ ਜੀ ਦੇ ਹਿਰਦੇ ਦਾ ਪ੍ਰੇਮ ਹੈ। ਚਲਨ ਸੰਗ ਬਿਨਤੀ ਓ ਮਾਨੀ, ਨਾਲ ਚੱਲਣ ਦੀ ਜੋ ਬੇਨਤੀ ਮਾਤਾ ਜੀ ਨੇ ਕੀਤੀ ਸਤਿਗੁਰਾਂ ਨੇ ਪ੍ਰਵਾਨ ਕਰ ਲਈ। ਕਹਿੰਦੇ ਠੀਕ ਹੈ ਸਾਹਿਬ ਦੇਵੀ ਜੀ ਤੁਸੀਂ ਨਾਲ ਚੱਲੋ। ਸੁੰਦਰੀ ਜੀ ਨੂੰ ਹੁਕਮ ਕੀਤਾ ਤੁਸੀਂ ਇੱਥੇ ਰਹਿ ਕੇ ਸੰਗਤ ਦੀ ਅਗਵਾਈ ਕਰੋ। ਸੰਗਤ ਮੈਂ ਸੁੰਦਰੀ ਕੋ ਛੋਰ, ਦਿੱਲੀ ਵਿਖੇ ਸੰਗਤ ਵਿੱਚ ਮਾਤਾ ਸੁੰਦਰੀ ਜੀ ਨੂੰ ਸਤਿਗੁਰਾਂ ਨੇ ਛੱਡਿਆ। ਚਲਿਓ ਚਏ ਪ੍ਰਭ ਦਛਨ ਔਰ, ਔਰ ਮਾਤਾ ਸਾਹਿਬ ਦੇਵਾ ਜੀ ਨੂੰ ਨਾਲ ਲੈ ਕੇ ਕਲਗੀਧਰ ਜੀ ਦੱਖਣ ਦਿਸ਼ਾ ਨੂੰ ਚੱਲਣਾ ਚਾਹੁੰਦੇ ਨੇ। ਇਤਨੇ ਬਿਕੇ ਬਹਾਦਰ ਸ਼ਾਹ, ਇਹਨੇ ਨੂੰ ਉਧਰੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਨਿਜ ਉਮਰਾਵ ਪਟਿਓ ਗੁਰ ਪਾਉ, ਆਗਰੇ ਤੋਂ ਸਤਿਗੁਰਾਂ ਦੇ ਕੋਲ ਆਪਣਾ ਨੌਕਰ ਭੇਜਿਆ। ਪਰ ਅਕੋਰ ਕਰ ਜੋਰ ਨਮੋ ਕੀਏ, ਬਹਾਦਰ ਸ਼ਾਹ ਵੱਲੋਂ ਆਇਆ ਉਹਦਾ ਅਹਿਲਕਾਰ ਕਲਗੀਧਰ ਜੀ ਕੋਲ ਪਹੁੰਚਿਆ। ਗੁਰਦੇਵ ਦੇ ਚਰਨਾਂ ਤੇ ਆ ਕੇ ਉਹਨੇ ਮੱਥਾ ਟੇਕਿਆ। ਬਹਾਦਰ ਸ਼ਾਹ ਵੱਲੋਂ ਲਿਆਂਦੀ ਭੇਟਾ ਮਹਾਰਾਜ ਜੀ ਨੂੰ ਅਰਪਣ ਕੀਤੀ। ਸਭ ਬਿਰਤਾਂਤ ਪ੍ਰਭੂ ਟਿਗ ਕਹਿ ਦੀਏ, ਸਾਰਾ ਬਿਰਤਾਂਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਦੱਸਿਆ। ਜੰਗ ਜੀਤ ਸਲਤਨਤ ਕੋ ਪਾਏ, ਦੱਸਿਆ ਮਹਾਰਾਜ ਬਹਾਦਰ ਸ਼ਾਹ ਨੇ ਜੰਗ ਜਿੱਤ ਲਿਆ। ਹਿੰਦੁਸਤਾਨ ਦੀ ਸਲਤਨਤ ਦਾ ਬਾਦਸ਼ਾਹ ਬਹਾਦਰ ਸ਼ਾਹ ਬਣ ਗਿਆ ਹੈ। ਨਗਰ ਆਗਰੇ ਥਿਰਿਓ ਸੁਹਾਏ, ਇਸ ਵਕਤ ਬਹਾਦਰ ਸ਼ਾਹ ਆਗਰੇ ਦੇ ਵਿੱਚ ਟਿਕਿਆ ਹੋਇਆ। ਉਹਨੇ ਆਗਰੇ ਵਿੱਚ ਆਪਣਾ ਮੁਕਾਮ ਕੀਤਾ ਹੋਇਆ। ਰਾਵਰ ਕੋ ਪਰਸੰਗ ਨਿਤ ਕਹੇ, ਉਹ ਤੁਹਾਡੀ ਚਰਚਾ ਰੋਜ਼ ਕਰਦਾ ਹੈ। ਤੁਹਾਡੇ ਬਾਰੇ ਰੋਜ਼ ਹੀ ਉਹਦੀ ਸਭਾ ਦੇ ਵਿੱਚ ਗੱਲਬਾਤ ਹੁੰਦੀ ਹੈ। ਮਿਲ ਬੇਹੇਤ ਪ੍ਰਤੀਖਤ ਰਹੇ, ਬਹਾਦਰ ਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਔਰ ਉਹ ਉਡੀਕ ਕਰ ਰਿਹਾ ਕਿ ਤੁਸੀਂ ਕਦੋਂ ਨੂੰ ਜਾ ਕੇ ਦਰਸ਼ਨ ਦਿਓ। ਕਿਰਪਾ ਕਰੋ ਨਿਜ ਦਰਸ ਦਿਖਾਓ, ਮਹਾਰਾਜ ਬਹਾਦਰ ਸ਼ਾਹ ਤੇ ਆਪਣੀ ਕਿਰਪਾ ਕਰਕੇ ਉਹਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਮ੍ਰਿਦ ਬਾਕਨ ਕੋ ਕਹਿ ਰਖਾਵੋ, ਔਰ ਮਿੱਠੇ ਕੋਮਲ ਬਚਨ ਆਪਣੇ ਮੁਖਾਰ ਬਿੰਦ ਚੋਂ ਕਹਿ ਕੇ ਬਹਾਦਰ ਸ਼ਾਹ ਦੇ ਹਿਰਦੇ ਨੂੰ ਖੇੜਾ ਦਿਓ। ਉਹਨੂੰ ਆਪਣੇ ਦਰਸ਼ਨ ਦੇ ਕੇ ਆਨੰਦ ਬਖਸ਼ੋ। ਸ਼੍ਰੀ ਗੁਰ ਕਹਿਓ ਬਿਲਮ ਨੈ ਕਾਈ, ਮਹਾਰਾਜ ਜੀ ਨੇ ਜਵਾਬ ਦਿੱਤਾ। ਉਸ ਅਫਸਰ ਨੂੰ ਆਖਿਆ ਭਾਈ ਬਹਾਦਰ ਸ਼ਾਹ ਨੂੰ ਕਹੋ ਜਾ ਕੇ ਅਸੀਂ ਬਸ ਹੁਣ ਦੇਰ ਨਹੀਂ ਲਾਉਣੀ। ਸਾਡੇ ਉੱਥੇ ਆਉਣ ਵਿੱਚ, ਉਹਨੂੰ ਦਰਸ਼ਨ ਦੇਣ ਵਿੱਚ ਹੁਣ ਕੋਈ ਬਹੁਤੀ ਦੇਰ ਨਹੀਂ। ਊਚ ਹੋਣ ਤਿਆਰੀ ਕਰਵਾ
ਬਸ ਅਸੀਂ ਇੱਥੋਂ ਕੂਚ ਕਰਨ ਦੀ ਤਿਆਰੀ ਕਰਵਾ ਲਈ ਹੈ। ਕੇਤਕ ਦਿਨ ਮੈਂ ਪਹੁੰਚੇ ਜਾਏ। ਕੁਝ ਦਿਨਾਂ ਦੇ ਵਿੱਚ ਹੀ ਸਮਝ ਲਓ ਵੀ ਅਸੀਂ ਉੱਥੇ ਪਹੁੰਚ ਜਾਣਾ ਹੈ। ਕਹੋ ਸ਼ਾਹ ਪ੍ਰਤ ਹਮ ਚੱਲ ਆਏ। ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿਓ ਬਸ ਅਸੀਂ ਆ ਰਹੇ ਹਾਂ, ਉਹਦੇ ਨੇੜੇ ਹੀ ਆ, ਬਸ ਚੱਲ ਰਹੇ ਹਾਂ। ਸੁਨ ਉਮਰਾਵ ਕੈਨ ਪੁਨ ਲਾਗਾ। ਸੁਣ ਕੇ ਉਹ ਅਫਸਰ ਅੱਗੋਂ ਬੋਲਿਆ, ਮਹਾਰਾਜ ਜੀ ਨੂੰ ਕਹਿਣ ਲੱਗਾ, ਸੰਗ ਆਪ ਕੇ ਬਹੁ ਅਨੁਰਾਗਾ। ਕਹਿਣ ਲੱਗਾ ਮਹਾਰਾਜ ਬਹਾਦਰ ਸ਼ਾਹ ਤੁਹਾਡੇ ਨਾਲ ਬਹੁਤ ਪ੍ਰੇਮ ਕਰਦਾ ਹੈ, ਉਹਦੇ ਮਨ ਵਿੱਚ ਤੁਹਾਡੇ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਭਾਵ ਸਤਿਕਾਰ ਹੈ। ਤਉ ਸ਼ਰੀਅਨ ਤੇ ਡਰ ਪੰਤ। ਫਿਰ ਵੀ ਉਹ ਸ਼ਰਈਆਂ ਤੋਂ ਡਰਦਾ ਹੈ। ਜਿਹੜੇ ਪੱਕੇ ਕੱਟੜ ਸ਼ਰਈ ਨੇ ਨਾ, ਮੁਤਸਬੀ ਔਰੰਗੇ ਦੇ ਸਾਥੀ, ਉਹ ਹੁਣ ਬਹਾਦਰ ਸ਼ਾਹ ਨਾਲ ਵੀ ਨੇ, ਉਹਨਾਂ ਤੋਂ ਡਰਦਾ ਹੈ। ਉਹਦੇ ਮਨ 'ਚ ਤੁਹਾਡਾ ਪ੍ਰੇਮ ਹੈ, ਪਰ ਉਹ ਆਪਣਾ ਪ੍ਰੇਮ ਉਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਕਰਦਾ। ਤੁਮ ਦਿਸ਼ ਆਏ ਸਕੇ ਨ ਕਦੰਤ। ਉਹਦਾ ਤਾਂ ਦਿਲ ਹੈ ਵੀ ਉਹ ਸਿਰ ਭਰਨੇ ਟੁਰ ਕੇ ਆਪ ਆਵੇ ਤੁਹਾਡੇ ਕੋਲ, ਪਰ ਉਹ ਆਪਣੇ ਸ਼ਰਈ ਜਿਹੜੇ ਕੱਟੜ ਉਹਦੇ ਵਜ਼ੀਰ ਨੇ, ਔਰੰਗੇ ਦੇ ਸਾਥੀ, ਉਹਨਾਂ ਤੋਂ ਡਰਦਾ ਨਹੀਂ ਆਉਂਦਾ। ਇਸ ਕਰਕੇ ਤੁਹਾਡੇ ਕੋਲ ਉਹਨੇ ਮੈਨੂੰ ਗੁਪਤ ਰੂਪ 'ਚ ਭੇਜਿਆ ਵੀ ਸਤਿਗੁਰਾਂ ਨੂੰ ਆਪ ਇੱਥੇ ਬੁਲਾ ਕੇ ਲਿਆ, ਨਹੀਂ ਤਾਂ ਉਹ ਤਾਂ ਆਪ ਆਉਣ ਨੂੰ ਉਹਦੇ ਮਨ ਵਿੱਚ ਇੱਛਾ ਹੈ, ਪਰ ਮਹਾਰਾਜ ਉਹ ਆਪਣੇ ਉਹਨਾਂ ਸ਼ਰਈ ਭਾਈਆਂ ਤੋਂ ਡਰਦਾ ਹੋਇਆ ਨਹੀਂ ਆਉਂਦਾ। ਸ਼ਰਾ ਪਿਤਾ ਕੀ ਕਰੀ ਸੋ ਮਾਨੈ। ਜਿਹੜੇ ਉਹਦੇ ਪਿਓ ਦੀ ਕੀਤੀ ਹੋਈ ਸ਼ਰ੍ਹਾ ਨੂੰ ਮੰਨਦੇ ਨੇ। ਅਹੇ ਸਕੇਲ ਸੈਂਕੜੇ ਸਿਆਣੇ। ਉਹ ਜਿੰਨੇ ਸਿਆਣੇ ਵਜ਼ੀਰ ਸੈਂਕੜੇ ਉਹਨੇ ਇਕੱਠੇ ਕੀਤੇ ਸਨ। ਅਵਰੰਗ ਦੈ ਦੈ ਮਾਨ ਵਧਾਏ। ਔਰੰਗੇ ਨੇ ਉਹਨਾਂ ਨੂੰ ਬੜੀਆਂ ਬੜੀਆਂ ਪਦਵੀਆਂ ਦੇ ਕੇ ਵੱਡਾ ਕੀਤਾ ਹੋਇਆ। ਉਹ ਹੁਣ ਬਹਾਦਰ ਸ਼ਾਹ ਦੇ ਉੱਤੇ ਵੀ ਆਪਣਾ ਜ਼ੋਰ ਪਾਉਂਦੇ ਐ, ਬਹਾਦਰ ਸ਼ਾਹ ਤੇ ਵੀ ਆਪਣਾ ਪ੍ਰਭਾਵ ਪਾਉਂਦੇ ਨੇ। ਨਿਤ ਬੈਠਤ ਟਿਗ ਸੋ ਸਮੁਦਾਏ। ਉਹ ਜਿਹੜੇ ਔਰੰਗੇ ਦੇ ਕੂੜੇ ਕਪਟੇ ਯਾਰ ਸਨ, ਉਹ ਸਾਰੇ ਹੁਣ ਬਹਾਦਰ ਸ਼ਾਹ ਨਾਲ ਵੀ ਬਹਿੰਦੇ ਆ ਕੇ, ਉਹਦੇ ਕੋਲ ਆ ਕੇ ਆਪਣੀ ਸੰਗਤ ਵਿੱਚ ਉਹਨੂੰ ਬਿਠਾਉਂਦੇ, ਆਪਣੀਆਂ ਗੱਲਾਂ ਉਹਨੂੰ ਸੁਣਾਉਂਦੇ, ਉਹਨੂੰ ਕਹਿੰਦੇ ਆ ਵੀ ਜਿਵੇਂ ਤੇਰਾ ਪਿਓ ਕਰਦਾ ਰਿਹਾ ਉਦਾਂ ਤੂੰ ਕਰਿਆ ਕਰ। ਉਹਨੇ ਬੜੀ ਸ਼ਰ੍ਹਾ ਦਾ ਨਾਮ ਵਧਾਇਆ, ਤੂੰ ਵੀ ਸ਼ਰ੍ਹਾ ਨੂੰ ਵਧਾ। ਏਦਾਂ ਔਰੰਗੇ ਦੀਆਂ ਕਹਾਵਤਾਂ ਉਹਨੂੰ ਸੁਣਾਉਂਦੇ ਨੇ। ਜਾਂ ਤੇ ਆਏ ਨਾ ਸੁਕੁਚਿਤ ਰਹੇ। ਉਹਨਾਂ ਦੇ ਡਰ ਕਰਕੇ ਹੀ ਬਹਾਦਰ ਸ਼ਾਹ ਤੁਹਾਡੇ ਵੱਲ ਨਹੀਂ ਆ ਸਕਿਆ। ਉਹ ਮਨ 'ਚ ਉਹਨਾਂ ਤੋਂ ਸੁਕਚਦਾ ਹੈ, ਸੋਚਦਾ ਵੀ ਜੇ ਮੈਂ ਆਪ ਖੁਦ ਚੱਲ ਕੇ ਗਿਆ ਤੇ ਸਾਰੇ ਮੇਰੇ ਤੋਂ ਬਾਗੀ ਹੋ ਜਾਣਗੇ। ਹਾਲੇ ਨਵਾਂ ਨਵਾਂ ਬਾਦਸ਼ਾਹ ਬਣਿਆ, ਪੈਰ ਉਹਦੇ ਜੰਮੇ ਨਹੀਂ ਹਨ, ਇਸ ਕਰਕੇ ਉਹਨਾਂ ਤੋਂ ਬਾਹਰਾ ਹੋ ਕੇ ਉਹ ਚੱਲ ਕੇ ਵੀ ਨਹੀਂ ਆ ਸਕਦਾ। ਤਉ ਦਰਸ ਅਵਲੋਕਨ ਚਾਹੇ। ਪਰ ਫਿਰ ਵੀ ਉਹਦੇ ਮਨ 'ਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਉਹ ਤੁਹਾਡੇ ਦੀਦਾਰ ਕਰਨਾ ਚਾਹੁੰਦਾ ਹੈ। ਇਤਿਆਦਕ ਬਿਨਤੀ ਬੋਕੀਨ। ਏਦਾਂ ਇਹ ਜਿਹੜਾ ਅਫਸਰ ਆਇਆ ਬਹਾਦਰ ਸ਼ਾਹ ਦਾ ਖਾਸ ਅਹਿਲਕਾਰ ਸੀ, ਇਹਨੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀਆਂ ਕੀਤੀਆਂ। ਸ਼੍ਰੀ ਪ੍ਰਭ ਸਿਰੇ ਪਾਓ ਤਿਸ ਦੀਨ। ਮਹਾਰਾਜ ਜੀ ਨੇ ਸਿਰੇ ਪਾਓ ਮੰਗਾ ਕੇ ਇਹਨੂੰ ਬਖਸ਼ਿਆ। ਰੁਖਸਦ ਹੋਏ ਗਮਨਿਓ ਤਤਕਾਲਾ। ਸਤਿਗੁਰਾਂ ਕੋਲ ਰੁਖਸਦ ਹੋ ਕੇ ਤਾਤਕਾਲੇ ਚਲਾ ਗਿਆ। ਕਯੋ ਸ਼ਾਹ ਸੋ ਹਰਖ ਬਿਸਾਲਾ। ਜਾ ਕੇ ਬਹਾਦਰ ਸ਼ਾਹ ਨੂੰ ਮਿਲ ਕੇ ਨੇ ਦੱਸਿਆ, ਬਾਦਸ਼ਾਹ ਸਲਾਮਤ, ਗੁਰੂ ਕਲਗੀਧਰ ਜੀ ਤੇਰੇ ਵੱਲ ਆਉਣ ਦੀ ਤਿਆਰੀ ਕਰ ਰਹੇ ਨੇ, ਬਸ ਉਹ ਕੁਝ ਸਮੇਂ 'ਚ, ਕੁਝ ਦਿਨਾਂ 'ਚ ਹੀ ਆ ਜਾਣਗੇ। ਰਿਓ ਪ੍ਰਤੀਕਤ ਪ੍ਰਭ ਕੋ ਫੇਰ। ਏਦਾਂ ਬਹਾਦਰ ਸ਼ਾਹ ਉਡੀਕ ਕਰਦਾ ਹੈ ਕਿ ਕਲਗੀਧਰ ਜੀ ਦੇ ਦਰਸ਼ਨ ਕਰਾਂ। ਪਹਿਲਾਂ ਇਹਨੇ ਦਰਸ਼ਨ ਕੀਤੇ ਨਹੀਂ ਸਨ, ਕੇਵਲ ਜੰਗ 'ਚ ਝਲਕ ਹੀ ਵੇਖੀ ਆ ਸਤਿਗੁਰਾਂ ਦੀ, ਇਸ ਕਰਕੇ ਇਹਦੇ ਮਨ 'ਚ ਇੱਛਾ ਹੈ ਦਰਸ਼ਨਾਂ ਦੀ। ਮਿਲ ਬੋਲੋ ਗੁਰ ਦਰਸ਼ਨ ਹੀਰ। ਸਤਿਗੁਰਾਂ ਨੂੰ ਮਿਲਾਂ, ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਾਂ, ਉਹਨਾਂ ਦੇ ਬਚਨ ਸੁਣਾ। ਏਦਾਂ ਬਹਾਦਰ ਸ਼ਾਹ ਦੇ ਮਨ ਵਿੱਚ ਇੱਛਾ ਹੈ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਿੱਲੀ ਤੋਂ ਆਗਰੇ ਨੂੰ ਜਾਣ ਦੀ ਤਿਆਰੀ ਕੀਤੀ ਆ। ਰਸਤੇ 'ਚ ਮਥੁਰਾ ਆਦਿਕ ਨਗਰਾਂ ਨੂੰ ਪਵਿੱਤਰ ਕਰਦਿਆਂ ਆਗਰੇ ਪਹੁੰਚ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਸ਼ਤਾਬਦੀ ਨੂੰ ਸਮਰਪਿਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਮਹਿਤਾ ਚੌਂਕ ਵੱਲੋਂ 23 ਅਪ੍ਰੈਲ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਬੋਧ ਸਮਾਗਮ ਸੰਥਿਆ ਸਮਾਗਮ ਪ੍ਰਾਰੰਭ ਕੀਤੇ ਜਾ ਰਹੇ ਨੇ। ਇਸੇ ਦੀਵਾਨ ਹਾਲ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ 23 ਅਪ੍ਰੈਲ ਤੋਂ 23 ਮਈ ਤੱਕ ਇੱਕ ਮਹੀਨਾ ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸੰਥਿਆ ਸਮਾਗਮ ਪਾਠ ਬੋਧ ਸਮਾਗਮ ਹੋਣਗੇ। ਜਿਹੜੇ ਮਾਈ ਭਾਈ ਇਸ ਸੰਥਿਆ ਸਮਾਗਮ ਵਿੱਚ ਹਾਜ਼ਰੀਆਂ ਭਰਨਾ ਚਾਹੁੰਦੇ ਆ, ਪਰ ਉਹ ਵੀ ਗੁਰੂ ਦੀਆਂ ਖੁਸ਼ੀਆਂ ਲਵੋ। ਜਿਨ੍ਹਾਂ ਦੇ ਬੱਚੇ ਹਾਜ਼ਰੀਆਂ ਭਰ ਸਕਦੇ ਆ ਸੰਥਿਆ ਦੇ ਸਮਾਗਮ ਵਿੱਚ, ਉਹ ਵੀ ਹਾਜ਼ਰੀਆਂ ਭਰੋ। ਉਹ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ, ਉਹ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਵਿੱਚ ਕਿਰਪਾ ਕਰਕੇ ਆਪਣੇ ਨਾਮ ਲਿਖਾ ਦਿਓ, ਤਾਂ ਜੋ ਸੰਗਤ ਦੀ ਗਿਣਤੀ ਮੁਤਾਬਕ ਜੋ ਪੋਥੀਆਂ ਦਾ ਪ੍ਰਬੰਧ ਹੈ, ਬੈਠਣ ਦਾ ਪ੍ਰਬੰਧ ਹੈ, ਉਹ ਕੀਤਾ ਜਾ ਸਕੇ। ਜਿਵੇਂ ਪਿੱਛੇ ਨਿਤਨੇਮ ਦਾ ਪਾਠ ਬੋਧ ਹੋਇਆ ਸੀ, ਤਕਰੀਬਨ 1000 ਪ੍ਰਾਣੀ ਰੋਜ਼ ਹਾਜ਼ਰੀਆਂ ਭਰਦਾ ਸੀ। ਹੁਣ ਉਦੋਂ ਬਹੁਤ ਸਾਰੀ ਸੰਗਤ ਨੇ ਕਿਹਾ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਹਿਜ ਪਾਠ ਬੋਧ ਵੀ ਹੋਵੇ, ਤਾਂ ਉਹ ਸੰਗਤ ਵੱਲੋਂ ਵੀ ਹੁਕਮ ਸੀ। ਤੋ ਇਹ ਫੁਰਨਾ ਸੰਗਤ ਦਾ ਵੀ ਪੂਰਾ ਹੋਇਆ। ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਔਰ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ। ਦੂਸਰੀ ਬੇਨਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਗੁਰੂ ਕੇ ਲੰਗਰਾਂ ਵਾਸਤੇ ਕਣਕ ਦੀ ਜਿਹੜੀ ਸੇਵਾ ਹੈ ਉਹ ਸੰਗਤਾਂ ਵੱਲੋਂ ਕੀਤੀ ਜਾਵੇ। ਜਿਹੜੇ ਵੀਰ ਖੇਤੀਬਾੜੀ ਕਰਦੇ ਉਹ ਵੀ ਕਰਨ, ਜਿਹੜੇ ਉਦਾਂ ਕਿਰਤੀ ਬਿਰਤੀ ਸਿੱਖ ਨੇ ਉਹ ਵੀ ਕਣਕ ਦੀ ਜਿਹੜੀ ਸੇਵਾ ਹੈ ਉਹ ਭਾਵੇਂ ਖਰੀਦ ਕੇ ਲਿਆ ਕੇ ਦੇ ਦੇਣ, ਜਾਂ ਜਿਹੜੇ ਬੀਜਦੇ ਆ ਉਹ ਵਿੱਚੋਂ ਆਪਣੀ ਫਸਲ ਵਿੱਚੋਂ ਦਸਵੰਧ ਕੱਢ ਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਲੰਗਰਾਂ ਵਿੱਚ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੰਗਰਾਂ ਵਿੱਚ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਤੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਤ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਕ ਅਪਰੰਪਰ ਹਰ ਹਰੇ ਪੀਓ ਅਣਹਾਰ ਸੰਤ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹੋਂਦਾ ਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹਰ ਸਾਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵੇਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੈ, ਕੱਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਅਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੀ ਪੁਨੀਤ ਕਹਤੇ, ਪਵਿੱਤ ਸਤ ਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ ਸਲੋਕ। ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਾਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਏ, ਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।